ਚੰਡੀਗੜ੍ਹ ਨੂੰ ਵੀ ਬਿਊਟੀਫੁਲ ਸਿਟੀ ਦੇ ਨਾਮ ਤੇ ਜਾਣਿਆ ਜਾਂਦਾ ਹੈ। ਕੀ ਇਹ ਮੈਟਰੋ ਇਸ ਦੀ ਸੁੰਦਰਤਾ 'ਚ ਹੋਰ ਵਾਧਾ ਕਰੂ? ਮਾਹਿਰਾਂ ਵੱਲੋਂ ਦੱਸਿਆ ਗਿਆ ਕਿ ਜੇ ਆਪਾਂ ਥੱਲਿਓਂ ਦੀ ਲੈ ਕੇ ਜਾਂਦੇ ਆ ਤਾਂ ਸ਼ਹਿਰ ਦੀ ਬਿਊਟੀ ਨਹੀਂ ਖਰਾਬ ਹੁੰਦੀ, ਪਰ ਉਹ ਮਹਿੰਗੀ ਬਹੁਤ ਪੈਂਦੀ ਆ। ਇੰਨੀ ਮਹਿੰਗੀ ਪੈਂਦੀ ਆ ਕਿ ਸ਼ਾਇਦ ਸਾਡਾ ਦੇਸ਼ ਉਹਨੂੰ ਅਫੋਰਡ ਨਹੀਂ ਕਰ ਸਕਦਾ। ਇਸ ਸੰਸਥਾ ਨੇ DMRC ਕਹਿੰਦੇ ਆ ਉਹਨੂੰ, ਉਹਨਾਂ ਨੇ ਇਹ ਰਿਪੋਰਟ ਜਦੋਂ ਚੰਡੀਗੜ੍ਹ ਨੂੰ ਦਿੱਤੀ ਤੇ ਉਸ ਵੇਲੇ ਉਹਨਾਂ ਦਾ ਇੱਕ ਪ੍ਰੋਜੈਕਟ ਲਖਨਊ 'ਚ ਚੱਲ ਰਿਹਾ ਸੀ। ਲਖਨਊ 'ਚ ਪ੍ਰੋਜੈਕਟ ਕਰਦੇ ਕਰਦੇ ਉਹਨਾਂ ਨੇ ਲਖਨਊ ਵਾਲੀ ਰਿਪੋਰਟ ਲਿਆ ਕੇ ਸ਼ਾਇਦ ਵਿੱਚੋਂ ਥੋੜ੍ਹੀ ਕੱਟ ਪੇਸਟ ਕਰਕੇ ਇੱਥੇ ਲਗਾਤੀ। ਸ਼ਾਇਦ ਉਹ ਪਹਿਲਾ ਪੰਨਾ ਜਿਹੜਾ ਉਹ ਚੇਂਜ ਕਰਨਾ ਭੁੱਲ ਗਏ ਤੇ ਮੈਂ ਖੁਦ ਆਪਣੇ ਅੱਖੀਂ ਦੇਖਿਆ ਕਿ ਜਿਹੜਾ ਪਹਿਲਾ ਸਫਾ ਆ ਉਹਦੇ ਤੇ ਟਾਈਟਲ ਪੇਜ ਲਿਖਿਆ ਹੋਇਆ ਸੀਗਾ ਕਿ ਮੈਟਰੋ ਪ੍ਰਪੋਜ਼ਲ ਫਾਰ ਲਖਨਊ, ਤੇ ਅੰਦਰ ਸਾਰਾ ਮਟੀਰੀਅਲ ਚੰਡੀਗੜ੍ਹ ਦਾ ਸੀਗਾ। ਐਡਾ ਵੱਡਾ ਫੈਸਲਾ ਕਰਨਾ ਮੈਨੂੰ ਲੱਗਦਾ ਇੱਕ ਬਹੁਤ ਘਾਤਕ ਹੋ ਸਕਦਾ ਸਾਡੇ ਸ਼ਹਿਰ ਵਾਸਤੇ। ਇੰਨਾ ਪੈਸਾ ਵੀ ਲਗਾਵਾਂਗੇ, ਫਿਰ ਉਸ ਤੋਂ ਬਾਅਦ ਜੇ ਕਾਮਯਾਬ ਨਾ ਹੋਈ ਤਾਂ ਫਿਰ ਸ਼ਹਿਰ ਵੀ ਖਰਾਬ ਕਰ ਲਿਆ ਤੇ ਪੈਸਾ ਵੀ ਬਰਬਾਦ ਗਿਆ। ਜਿਹੜਾ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਆ ਉਹਦੇ ਕੋਲ ਕੋਈ ਵੀ ਐਸਾ ਪ੍ਰਬੰਧ ਨਹੀਂ ਹੈ, ਨਾ ਉਹਦੇ ਕੋਲ ਇਸ ਤਰ੍ਹਾਂ ਦੇ ਕੋਈ ਆਰਕੀਟੈਕਟ ਆ, ਨਾ ਕੋਈ ਪਲੈਨਰ ਹੈ, ਨਾ ਉਹਨਾਂ ਕੋਲ ਕੋਈ ਇਸ ਤਰ੍ਹਾਂ ਦੇ ਇੰਜੀਨੀਅਰ ਹੈ ਜਿਹਦੇ ਨਾਲ ਉਹ ਕੋਈ ਪਲੈਨਿੰਗ ਦੀ ਕਿਸੇ ਗੱਲ ਦੇ ਵਿੱਚ ਕੋਈ ਆਪਣੀ ਦਖਲਅੰਦਾਜ਼ੀ ਕਰ ਸਕਣ ਜਾਂ ਕੋਈ ਰਾਏ ਮਸ਼ਵਰਾ ਦੇ ਸਕਣ। ਉਹਨਾਂ ਕੋਲ ਤਾਂ ਇਸ ਤਰ੍ਹਾਂ ਦੀ ਕੋਈ ਵਿਵਸਥਾ ਹੀ ਨਹੀਂ ਹੈ। ਉਸ ਵਜ੍ਹਾ ਕਰਕੇ ਇਹ ਬਾਰ-ਬਾਰ ਪ੍ਰੋਜੈਕਟ ਆਉਂਦੇ ਆ, ਬਾਰ-ਬਾਰ ਕੈਂਸਲ ਹੁੰਦੇ ਆ, ਕਿਉਂਕਿ ਉਹਦੇ ਪਿੱਛੇ ਜੋ ਲੋੜੀਂਦੀ ਸੋਚ ਵਿਚਾਰ ਆ ਉਹ ਪਹਿਲੇ ਨਹੀਂ ਹੋਈ ਹੁੰਦੀ। ਪਰ ਇਹ ਸਿਆਸੀ ਬੰਦੇ ਕਿਉਂ ਛੇੜਦੇ ਨੇ? ਹੁਣ ਵੀ ਗਿਆਨ ਚੰਦ ਗੁਪਤਾ ਨੇ ਫਿਰ ਦੁਬਾਰਾ ਮੀਟਿੰਗ ਦੇ ਵਿੱਚ ਗੱਲ ਛੇੜੀ। ਉਦੋਂ ਪਹਿਲਾਂ ਚੰਡੀਗੜ੍ਹ ਦੇ ਸਾਬਕਾ MP ਪਵਨ ਬੰਸਲ ਜੀ, ਸਤਪਾਲ ਜੈਨ ਜੀ, ਜਾਂ ਹੁਣ ਮੌਜੂਦਾ MP ਨੇ ਇਸ ਬਾਰੇ ਥੋੜ੍ਹਾ ਵਿਰੋਧ ਸ਼ੁਰੂ ਕੀਤਾ। ਬਾਕੀ ਦੇ ਸਾਰੇ ਹੁਣ ਵੀ ਡਿਮਾਂਡ ਕਰਦੇ। ਐਡਵਾਈਜ਼ਰੀ ਕੌਂਸਲ ਦੀ ਮੀਟਿੰਗ ਦੇ ਵਿੱਚ ਫਿਰ ਦੁਬਾਰਾ ਡਿਮਾਂਡ ਕੀਤੀ ਉਹਨਾਂ ਨੇ। 13 ਸਾਲ ਗੁਜ਼ਰ ਗਏ ਨੇ, 14ਵੇਂ ਸਾਲ ਫਿਰ ਇਹਦੀ ਚਰਚਾ ਛੇੜੀ ਗਈ ਹੈ। ਕੀ ਇਹ ਰਾਜਨੀਤਿਕ ਮੁੱਦਾ ਤਾਂ ਨਹੀਂ? ਕਾਰਪੋਰੇਸ਼ਨ ਦੀਆਂ ਚੋਣਾਂ ਨੇੜੇ ਨੇ, ਵਿਧਾਨ ਸਭਾ ਦੀਆਂ ਚੋਣਾਂ ਨੇੜੇ ਨੇ। ਕੀ ਇਸ ਤਰ੍ਹਾਂ ਸਿਰਫ ਇਹ ਜਿਵੇਂ ਇੱਕ ਭਾਜਪਾ ਸਰਕਾਰ ਦਾ ਮੰਨਿਆ ਜਾਂਦਾ ਕਿ ਜੁਮਲਿਆਂ ਨਾਲ ਕੰਮ ਚਲਾਉਂਦੇ ਨੇ, ਕਿਤੇ ਚੱਕਰ ਤਾਂ ਨਹੀਂ? ਸਿਆਸੀ ਧਿਰਾਂ ਵਿਰੋਧੀ ਧਿਰਾਂ ਦਾ ਯਾਨੀ ਕਿ ਵਿਰੋਧ ਵੀ ਕਰਦੇ ਰਹੀ ਹੈ, ਪੱਖਪਾਤੀ ਵੀ ਕਰਦੇ। ਹੁਣ ਗੱਲ ਇਹ ਰਹੀ ਕਿ ਫਿਰ ਚੰਡੀਗੜ੍ਹ ਲਈ ਕੀ ਮੈਟਰੋ ਰੇਲ ਲੋੜੀਂਦੀ ਹੈ? ਜੇ ਨਹੀਂ ਤਾਂ ਕਿਉਂ? ਜੇ ਹੈ ਤਾਂ ਕਿਸ ਤਰ੍ਹਾਂ ਦੀ? ਫਿਰ ਲਗਾਤਾਰ ਰੁਕ ਕੇ ਇਸ ਪ੍ਰੋਜੈਕਟ 'ਤੇ ਚਰਚਾ ਸ਼ੁਰੂ ਹੁੰਦੀ ਹੈ। ਸਿਆਸੀ ਲੀਡਰ ਐਡਵਾਈਜ਼ਰੀ ਕੌਂਸਲ 'ਚ ਜਾ ਕੇ ਇਹਦਾ ਮੁੱਦਾ ਫਿਰ ਪਕਾਉਂਦੇ ਆ, ਫਿਰ ਠੰਡੇ ਬਸਤੇ ਪੈ ਜਾਂਦਾ ਕਿ ਇਹ ਕੋਈ ਔਲਾਦ ਦਾ ਚਿਰਾਗ ਤਾਂ ਨਹੀਂ, ਉਹ ਕੱਢ ਲੈਂਦੇ ਜਦੋਂ ਇਲੈਕਸ਼ਨਾਂ ਵੇਲੇ। ਸਕਾਈ ਨਿਊਜ਼ ਪੰਜਾਬ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਵੱਡੇ ਸ਼ਹਿਰ ਦੀਆਂ ਵੱਡੀਆਂ ਬਾਤਾਂ, ਇਸ ਲੜੀ ਦਾ ਪਹਿਲਾ ਐਪੀਸੋਡ ਲੈ ਕੇ ਮੈਂ ਹਾਜ਼ਰ ਹਾਂ। RS ਸੈਲੀਬ੍ਰੇਟ ਚੰਡੀਗੜ੍ਹ ਵਾਸਤੂ ਕਲਾ ਨਾਲ ਜੁੜਿਆ ਹੋਇਆ ਸ਼ਹਿਰ ਹੈ। ਵਾਸਤੂ ਕਲਾ ਦੇ ਨਾਮ 'ਤੇ ਪੂਰੇ ਵਿਸ਼ਵ ਦੇ ਵਿੱਚ ਇੱਕ ਖਾਸ ਨਾਮ ਰੱਖਦਾ, ਖਾਸ ਸਥਾਨ ਰੱਖਦਾ। ਇਸ ਚੰਡੀਗੜ੍ਹ ਨਾਲ ਜੁੜੀ ਹੋਈ ਕੋਈ ਵੀ ਗੱਲ ਹੁੰਦੀ ਹੈ, ਚੰਡੀਗੜ੍ਹ ਦੇ ਨਾਲ ਜੁੜੇ ਹੋਏ ਰਾਜਾਂ ਦੀ ਗੱਲ ਹੁੰਦੀ ਹੈ, ਤਾਂ ਉਹ ਚਰਚਾ ਪੂਰੇ ਦੁਨੀਆ ਦੀ ਬਣ ਜਾਂਦੀ ਹੈ ਅਤੇ ਸਿਆਸੀ ਗਲਿਆਰਿਆਂ ਦੇ ਵਿੱਚ ਉਹਦੀ ਸਿਆਸੀ ਸਫਾ ਦੇ ਵਿੱਚ ਖਾਸ ਚਰਚਾ ਸ਼ੁਰੂ ਹੋ ਜਾਂਦੀ ਹੈ। ਪਿਛਲੇ ਦਿਨੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਗਿਆਨ ਚੰਦ ਗੁਪਤਾ ਜੀ ਨੇ ਮੈਟਰੋ ਰੇਲ ਬਾਰੇ ਆਪਣੀ ਹੋਈ ਕੇਂਦਰੀ ਮੰਤਰਾਲਿਆਂ ਨਾਲ ਮੀਟਿੰਗ ਦੇ ਵਿੱਚ ਗੱਲ ਕਰਕੇ ਦੁਬਾਰਾ ਚਰਚਾ ਛੇੜ ਦਿੱਤੀ ਹੈ। ਹਾਲਾਂਕਿ 2007 ਦੇ ਵਿੱਚ ਇਸ ਯੋਜਨਾ ਬਾਰੇ ਪਹਿਲੀ ਵਾਰੀ ਗੱਲਬਾਤ ਹੋਈ ਸੀ। ਫਿਰ ਇਸ ਚਰਚਾ ਤੋਂ ਬਾਅਦ ਸਿਆਸੀ ਗਲਿਆਰਿਆਂ ਤੋਂ ਲੈ ਕੇ ਇਹ ਗੱਲ ਆ ਕੇ ਰੁਕਦੀ ਹੈ ਇਸ ਵਿਸ਼ੇ ਦੇ ਮਾਹਿਰਾਂ ਨਾਲ। ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਤੇ ਮੋਹਰੀ ਆਗੂਆਂ ਦੇ ਵਿੱਚੋਂ ਜੋ ਵਾਸਤੂ ਕਲਾ ਦਾ ਖਾਸ ਮਹਾਰਤ ਰੱਖਦੇ ਨੇ, ਸ਼੍ਰੀ ਸੁਰਿੰਦਰ ਸਿੰਘ ਬਾਘਾ ਜੀ ਸਾਡੇ ਨਾਲ ਨੇ। ਉਹ ਵਾਸਤੂ ਕਲਾ ਦੇ ਨਜ਼ਰੀਏ ਨਾਲ ਇਸ ਪ੍ਰੋਜੈਕਟ ਨੂੰ ਚੰਡੀਗੜ੍ਹ ਲਈ ਕਿਵੇਂ ਦੇਖਦੇ ਨੇ, ਆਓ ਆਪਾਂ ਇਸ ਮੁੱਦੇ 'ਤੇ ਉਹਨਾਂ ਨਾਲ ਗੱਲ ਕਰਦੇ ਹਾਂ। ਬਾਘਾ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਚੰਡੀਗੜ੍ਹ ਮੈਟਰੋ ਦੀ ਫਿਰ ਚਰਚਾ ਹਰਿਆਣਾ ਵਿਧਾਨ ਸਭਾ ਤੋਂ ਸ਼ੁਰੂ ਹੋ ਗਈ ਹੈ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? 14 ਸਾਲ ਬਾਅਦ ਫਿਰ ਇਹ ਚਰਚਾ ਦੁਬਾਰਾ ਆ ਗਈ ਹੈ। ਹਾਲਾਂਕਿ ਚੰਡੀਗੜ੍ਹ ਦੇ ਕਿਰਨ ਖੇਰ ਦੇ MP ਬਣਨ ਤੋਂ ਬਾਅਦ ਇਹ ਚਰਚਾ ਠੰਡੇ ਬਸਤੇ ਚਲੀ ਗਈ ਸੀ। 2007 ਦੇ ਵਿੱਚ ਚੰਡੀਗੜ੍ਹ ਮੈਟਰੋ ਦੀ ਪਲੈਨਿੰਗ ਦੀ ਸ਼ੁਰੂਆਤ ਕੀਤੀ ਗਈ ਸੀ। ਕਾਫੀ ਅਰਸਾ ਇਹਦੇ ਤੇ ਕੰਮ ਚੱਲਦਾ ਰਿਹਾ
ਤੇ 2012 ਦੇ ਵਿੱਚ ਸਾਡੀ ਸੰਸਥਾ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ ਵੱਲੋਂ ਇੱਕ ਕਾਫੀ ਡਿਟੇਲ ਸਟੱਡੀ ਕੀਤੀ ਗਈ, ਜਿਹਦੇ ਵਿੱਚ ਕੁਝ ਬਹੁਤ ਹੀ ਅਹਿਮ ਮੁੱਦੇ ਨਿਕਲ ਕੇ ਆਏ। ਉਹਨਾਂ ਦੀ ਅਸੀਂ ਫਿਰ ਪੂਰੀ ਇੱਕ ਸਮਰੀ ਬਣਾ ਕੇ ਅਸੀਂ ਭਾਰਤ ਸਰਕਾਰ ਨੂੰ ਭੇਜੀ ਤੇ ਉਹਦੇ ਵਿੱਚ ਜੋ ਵੀ ਸਾਡੀਆਂ ਫਾਈਂਡਿੰਗਸ ਸੀਗੀਆਂ, ਜੋ ਵੀ ਅਸੀਂ ਉਹਦੇ ਵਿੱਚ ਨੁਕਤੇ ਪਕੜੇ ਸੀਗੇ, ਉਹ ਅਸੀਂ ਸਰਕਾਰ ਨੂੰ ਦਿੱਤੇ ਸਨ। ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਦੋਂ ਰਿਪੋਰਟ ਦਾ ਪਹਿਲਾ ਹੀ ਪੰਨਾ ਮੈਂ ਪੜ੍ਹਿਆ ਤੇ ਮੈਨੂੰ ਇਹ ਹੈਰਾਨੀ ਹੋਈ ਕਿ ਜਿਸ ਸੰਸਥਾ ਨੇ DMRC ਕਹਿੰਦੇ ਆ ਉਹਨੂੰ, ਉਹਨਾਂ ਨੇ ਇਹ ਰਿਪੋਰਟ ਜਦੋਂ ਚੰਡੀਗੜ੍ਹ ਨੂੰ ਦਿੱਤੀ ਤੇ ਉਸ ਵੇਲੇ ਉਹਨਾਂ ਦਾ ਇੱਕ ਪ੍ਰੋਜੈਕਟ ਲਖਨਊ 'ਚ ਚੱਲ ਰਿਹਾ ਸੀ। ਲਖਨਊ 'ਚ ਪ੍ਰੋਜੈਕਟ ਕਰਦੇ ਕਰਦੇ ਉਹਨਾਂ ਨੇ ਲਖਨਊ ਵਾਲੀ ਰਿਪੋਰਟ ਲਿਆ ਕੇ ਸ਼ਾਇਦ ਵਿੱਚੋਂ ਥੋੜ੍ਹੀ ਕੱਟ ਪੇਸਟ ਕਰਕੇ ਇੱਥੇ ਲਗਾਤੀ ਤੇ ਸ਼ਾਇਦ ਉਹ ਪਹਿਲਾ ਪੰਨਾ ਜਿਹੜਾ ਉਹ ਚੇਂਜ ਕਰਨਾ ਭੁੱਲ ਗਏ। ਤੇ ਮੈਂ ਖੁਦ ਆਪਣੇ ਅੱਖੀਂ ਦੇਖਿਆ ਕਿ ਜਿਹੜਾ ਪਹਿਲਾ ਸਫਾ ਆ ਉਹਦੇ ਤੇ ਟਾਈਟਲ ਪੇਜ ਲਿਖਿਆ ਹੋਇਆ ਸੀਗਾ ਕਿ ਮੈਟਰੋ ਪ੍ਰਪੋਜ਼ਲ ਫਾਰ ਲਖਨਊ, ਤੇ ਅੰਦਰ ਸਾਰਾ ਮਟੀਰੀਅਲ ਚੰਡੀਗੜ੍ਹ ਦਾ ਸੀਗਾ। ਉਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਜਿਹੜੇ ਸਾਡੇ ਪਲੈਨਰਸ ਆ, ਜਿਹੜੇ ਸਾਡੇ ਪਾਲਿਸੀ ਮੇਕਰਸ ਆ, ਉਹ ਕਿੰਨੇ ਕੁ ਗੰਭੀਰ ਹੁੰਦੇ ਆ ਇੱਦਾਂ ਦੇ ਮੁੱਦਿਆਂ ਦੇ ਉੱਤੇ ਫੈਸਲੇ ਲੈਣ ਵਾਸਤੇ। ਮੈਂ ਇੱਕ ਹੋਰ ਉਦਾਹਰਨ ਦਊਂਗਾ ਕਿ ਕੁਛ ਅਰਸਾ ਪਹਿਲੇ ਲੁਧਿਆਣੇ ਦੇ ਵਿੱਚ ਮੈਟਰੋ ਰੇਲ ਦਾ ਪ੍ਰਪੋਜ਼ਲ ਦਿੱਤਾ ਗਿਆ। 5-7 ਸਾਲ ਉੱਥੇ ਕੰਮ ਚੱਲਦਾ ਰਿਹਾ। 25-27 ਸਾਲੀ ਇਹ ਤੈਅ ਹੋਇਆ ਵੀ ਲੁਧਿਆਣੇ ਵਰਗੇ ਸ਼ਹਿਰ ਵਿੱਚ ਇਹ ਮੈਟਰੋ ਰੇਲ ਜਿਹੜੀ ਆ ਉਹ ਸਫਲ ਪ੍ਰਯੋਗ ਨਹੀਂ ਹੋਊਗਾ, ਇਸ ਕਰਕੇ ਉਸ ਪ੍ਰਪੋਜ਼ਲ ਨੂੰ ਕੈਂਸਲ ਕਰ ਦਿੱਤਾ ਗਿਆ। ਇਸੇ ਤਰੀਕੇ ਨਾਲ ਜੈਪੁਰ ਦੇ ਵਿੱਚ ਬਣਾਤੀ ਗਈ ਆ, ਪਰ ਜੈਪੁਰ ਦੇ ਵਿੱਚ ਜੋ ਸਟੱਡੀਜ਼ ਆਈਆਂ, ਜੋ ਮੈਂ ਪ੍ਰੈਜੈਂਟੇਸ਼ਨਸ ਉੱਥੋਂ ਦੇ ਪ੍ਰੋਫੈਸਰਸ ਦੀਆਂ ਦੇਖੀਆਂ ਹੈਗੀਆਂ, ਉਹਦੇ ਵਿੱਚ ਪਤਾ ਲੱਗਿਆ ਕਿ ਜੈਪੁਰ ਦੇ ਵਿੱਚ ਉਹ ਸਫਲ ਨਹੀਂ ਰਿਹਾ, ਬਣ ਜ਼ਰੂਰ ਗਈ ਆ। ਨੁਕਸਾਨ ਉਹਦਾ ਇਹ ਹੋਇਆ ਕਿ ਜੈਪੁਰ ਜਿੰਨਾ ਪਿੰਕ ਸਿਟੀ ਦੇ ਨਾਮ ਤੇ ਜਾਣਿਆ ਜਾਂਦਾ ਸੀ, ਗੁਲਾਬੀ ਸ਼ਹਿਰ ਦੇ ਨਾਮ ਤੇ ਜਾਣਿਆ ਜਾਂਦਾ ਸੀ, ਉਹਦੀ ਸਾਰੀ ਦੀ ਸਾਰੀ ਖੂਬਸੂਰਤੀ ਜਿਹੜੀ ਆ ਉਹ ਖਰਾਬ ਹੋ ਗਈ ਆ ਤੇ ਬਾਅਦ ਚੋਂ ਪਤਾ ਲੱਗਿਆ ਵੀ ਉਹ ਸਫਲ ਪ੍ਰਯੋਗ ਨਹੀਂ ਰਿਹਾ। ਮੈਂ ਵਿੱਚ ਤੁਹਾਨੂੰ ਟੋਕਣਾ ਚਾਹਾਂਗਾ ਜੀ, ਚੰਡੀਗੜ੍ਹ ਨੂੰ ਵੀ ਬਿਊਟੀਫੁਲ ਸਿਟੀ ਦੇ ਨਾਮ ਤੇ ਜਾਣਿਆ ਜਾਂਦਾ ਹੈ। ਕੀ ਇਹ ਮੈਟਰੋ ਇਸ ਦੀ ਸੁੰਦਰਤਾ 'ਚ ਹੋਰ ਵਾਧਾ ਕਰੂਗੀ? ਜਿਵੇਂ ਤੁਸੀਂ ਪਿੰਕ ਸਿਟੀ ਬਾਰੇ ਕਿਹਾ ਜੀ, ਚੰਡੀਗੜ੍ਹ ਇਸ ਵੇਲੇ ਦੁਨੀਆ ਦਾ ਸਭ ਤੋਂ ਇੱਕ ਬਿਹਤਰੀਨ ਸ਼ਹਿਰ ਹੈ ਜਿਹੜਾ ਕਿ ਕਾਰਗੁਜ਼ਰ ਦੀ ਪਲੈਨਿੰਗ ਕਰਕੇ ਜਾਣਿਆ ਜਾਂਦਾ। ਇਹਦੇ ਵਿੱਚ ਜਿਹੜੀ ਰੇਲ ਦੋ ਤਰੀਕੇ ਨਾਲ ਇਹ ਚੱਲਦੀ ਆ, ਇੱਕ ਤਾਂ ਜ਼ਮੀਨ ਦੀ ਸਤ੍ਹਾ ਤੋਂ ਉੱਪਰ ਚੱਲਦੀ ਆ, ਇੱਕ ਥੱਲੇ ਚੱਲਦੀ ਆ। ਮਾਹਿਰਾਂ ਵੱਲੋਂ ਦੱਸਿਆ ਗਿਆ ਕਿ ਜੇ ਆਪਾਂ ਥੱਲਿਓਂ ਦੀ ਲੈ ਕੇ ਜਾਂਦੇ ਆ ਤਾਂ ਸ਼ਹਿਰ ਦੀ ਬਿਊਟੀ ਨਹੀਂ ਖਰਾਬ ਹੁੰਦੀ, ਪਰ ਉਹ ਮਹਿੰਗੀ ਬਹੁਤ ਪੈਂਦੀ ਆ। ਇੰਨੀ ਮਹਿੰਗੀ ਪੈਂਦੀ ਆ ਕਿ ਸ਼ਾਇਦ ਸਾਡਾ ਦੇਸ਼ ਉਹਨੂੰ ਅਫੋਰਡ ਨਹੀਂ ਕਰ ਸਕਦਾ। ਉਸ ਦਾ ਰਿਜ਼ਲਟ ਇਹ ਨਿਕਲਿਆ ਕਿ ਇਹ ਜੇ ਪਿਲਰ ਚੱਕ ਕੇ ਦਿੱਲੀ ਦੀ ਵਾਂਗ ਉੱਪਰੋਂ ਦੀ ਲੈ ਕੇ ਜਾਵਾਂਗੇ ਤਾਂ ਇਹ ਚੰਡੀਗੜ੍ਹ ਦੀ ਸਾਰੀ ਜਿਹੜੀ ਮੇਨ ਏਰੀਆ ਜਿਹੜਾ ਚੰਡੀਗੜ੍ਹ ਦਾ ਹੈਗਾ, ਉਹਦੀ ਸਾਰੀ ਜਿਹੜੀ ਖੂਬਸੂਰਤੀ ਆ, ਉਹਦੀ ਸਕਾਈ ਲਾਈਨ ਵੀ ਵਿਗਾੜ ਦੇਗੀ। ਫਿਰ ਇੱਕ ਹੋਰ ਇੰਟਰਸਟਿੰਗ ਗੱਲ ਪਤਾ ਲੱਗੀ ਆ ਕਿ ਜਿਹੜਾ 2031 ਦਾ ਮਾਸਟਰ ਪਲਾਨ ਚੰਡੀਗੜ੍ਹ ਦਾ ਪਾਸ ਕੀਤਾ ਹੈਗਾ, ਖੁਦ ਸਰਕਾਰ ਨੇ ਪਾਸ ਕੀਤਾ, ਹੋਮ ਮਿਨਿਸਟਰੀ ਤੋਂ ਉਹਨੂੰ ਮਾਨਤਾ ਵੀ ਮਿਲੀ ਆ, ਅਪਰੂਵਲ ਵੀ ਮਿਲ ਗਈ ਆ। ਪਤਾ ਲੱਗਿਆ ਕਿ ਉਹਦੇ ਵਿੱਚ ਤਾਂ ਇਹਦਾ ਕੋਈ ਪ੍ਰਾਵਧਾਨ ਹੀ ਨਹੀਂ ਰੱਖਿਆ ਗਿਆ, ਉਹਦੇ ਵਿੱਚ ਕੋਈ ਪ੍ਰੋਵੀਜ਼ਨ ਹੀ ਨਹੀਂ ਆ ਕਿ ਵੀ ਮੈਟਰੋ ਬਣਨੀ ਆ ਜਾਂ ਕੋਈ ਲੱਗਣੀ ਆ ਅੱਗੇ। ਫਿਰ ਮੈਂ ਤੁਹਾਨੂੰ ਟੋਕਦਾ ਵਿੱਚ ਜੀ, ਚਲੋ ਮਾਸਟਰ ਪਲਾਨ 'ਚ ਨਹੀਂ ਹੈ, ਯਾਨੀ ਕਿ ਜਿਹੜੇ ਮਾਹਿਰ ਨੇ ਜਾਂ ਜਿਹੜੇ ਚੰਡੀਗੜ੍ਹ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਉਹਨਾਂ ਦੇ ਇਹ ਨਜ਼ਰੀਏ 'ਚ ਇਹ ਮੈਟਰੋ ਚੰਡੀਗੜ੍ਹ ਲਈ ਵਾਜਿਬ ਨਹੀਂ ਲੱਗ ਰਹੀ। ਪਰ ਇਹ ਸਿਆਸੀ ਬੰਦੇ ਕਿਉਂ ਛੇੜਦੇ ਨੇ? ਹੁਣ ਵੀ ਗਿਆਨ ਚੰਦ ਗੁਪਤਾ ਨੇ ਫਿਰ ਦੁਬਾਰਾ ਮੀਟਿੰਗ ਦੇ ਵਿੱਚ ਗੱਲ ਛੇੜੀ। ਉਦੋਂ ਪਹਿਲਾਂ ਚੰਡੀਗੜ੍ਹ ਦੇ ਸਾਬਕਾ MP ਪਵਨ ਬੰਸਲ ਜੀ, ਸਤਪਾਲ ਜੈਨ ਜੀ, ਜਾਂ ਹੁਣ ਮੌਜੂਦਾ MP ਨੇ ਇਸ ਬਾਰੇ ਥੋੜ੍ਹਾ ਵਿਰੋਧ ਸ਼ੁਰੂ ਕੀਤਾ। ਬਾਕੀ ਦੇ ਸਾਰੇ ਹੁਣ ਵੀ ਡਿਮਾਂਡ ਕਰਦੇ। ਐਡਵਾਈਜ਼ਰੀ ਕੌਂਸਲ ਦੀ ਮੀਟਿੰਗ ਦੇ ਵਿੱਚ ਫਿਰ ਦੁਬਾਰਾ ਡਿਮਾਂਡ ਕੀਤੀ ਉਹਨਾਂ ਨੇ। ਕੀ ਇਹ ਸਿਆਸੀ ਤੌਰ 'ਤੇ ਵੈਸੇ ਕੋਈ ਸਿਆਸੀ ਰਣਨੀਤੀ ਨੂੰ ਅੱਗੇ ਕਰਨ ਵਾਸਤੇ ਤਾਂ ਨਹੀਂ, ਕਿਤੇ ਸਿਰਫ ਕੰਮ ਦੀ ਗੱਲ ਕੀਤੀ ਜਾਵੇ, ਕੰਮ ਨਾ ਹੋਣਾ ਹੋਵੇ? ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ, ਕੋਈ 14-15 ਹਜ਼ਾਰ ਕਰੋੜ ਦਾ ਪ੍ਰੋਜੈਕਟ ਹੈ। ਇਹਦੇ ਵਿੱਚ ਇਹ ਹੈ ਕਿ ਬਿਨਾਂ ਮਾਹਿਰਾਂ ਦੀ ਸਲਾਹ ਲਿੱਤਿਆਂ ਐਡਾ ਵੱਡਾ ਫੈਸਲਾ ਕਰਨਾ ਮੈਨੂੰ ਲੱਗਦਾ ਇੱਕ ਬਹੁਤ ਘਾਤਕ ਹੋ ਸਕਦਾ ਸਾਡੇ ਸ਼ਹਿਰ ਵਾਸਤੇ। ਇੰਨਾ ਪੈਸਾ ਵੀ ਲਗਾਵਾਂਗੇ, ਫਿਰ ਉਸ ਤੋਂ ਬਾਅਦ ਜੇ ਕਾਮਯਾਬ ਨਾ ਹੋਈ ਤਾਂ ਫਿਰ ਸ਼ਹਿਰ ਵੀ ਖਰਾਬ ਕਰ ਲਿਆ ਤੇ ਪੈਸਾ ਵੀ ਬਰਬਾਦ ਗਿਆ, ਜਿਹਦੀ ਕਿ ਪੂਰੀ ਦੀ ਪੂਰੀ ਆਸ਼ੰਕਾ ਹੈ। ਜਿੱਦਾਂ ਮੈਂ ਦੱਸ ਰਿਹਾ ਸੀ ਪਹਿਲੇ, ਸਾਡੀ ਸਟੱਡੀ ਦੇ ਵਿੱਚ ਇਹ ਪਾਇਆ ਗਿਆ ਕਿ ਇਹਦੀ ਫਿਜ਼ੀਬਿਲਿਟੀ ਨਹੀਂ ਆ, ਇਹ ਮਤਲਬ ਇਹ ਘਾਟੇ 'ਚ ਚੱਲੂਗੀ, ਇਹਦਾ ਕੋਈ ਬਹੁਤ ਲੰਬਾ ਚੌੜਾ ਫਾਇਦਾ ਨਹੀਂ ਹੋਏਗਾ। ਉਹਦੇ ਵਿੱਚ ਸਾਰੇ ਜਿਹੜੇ ਫੈਕਟ ਫਿਗਰ ਆ
ਜੋ ਤੱਥ ਹੈਗੇ ਆ ਉਹ ਅਸੀਂ ਸਰਕਾਰ ਨੂੰ ਭੇਜੇ ਸਨ। ਤੇ ਇੱਕ ਮੀਟਿੰਗ ਹੋਈ ਸੀ ਆਨਰੇਬਲ ਰਾਜਨਾਥ ਸਿੰਘ ਜੀ ਜਦੋਂ ਹੋਮ ਮਿਨਿਸਟਰ ਸੀ, ਉਹਦੇ ਵਿੱਚ ਚੰਡੀਗੜ੍ਹ ਦੇ ਐਡਵਾਈਜ਼ਰੀ ਕਮੇਟੀ ਦੀ ਉਹਨਾਂ ਨੇ ਮੀਟਿੰਗ ਲਈ ਸੀ। ਉਹਦੇ ਵਿੱਚ ਵੀ ਜਦੋਂ ਫੈਕਟ ਫਿਗਰ ਸਾਰੇ ਉਹਨਾਂ ਦੇ ਸਾਹਮਣੇ ਰੱਖੇ ਗਏ ਤਾਂ ਉਹਨਾਂ ਨੇ ਤੁਰੰਤ ਇਹ ਫੈਸਲਾ ਲਿਆ ਸੀ ਕਿ ਇਹ ਬਣਨੀ ਨਹੀਂ ਗੱਲ ਤੇ ਇਹਨੂੰ ਆਪਾਂ ਕੈਂਸਲ ਹੀ ਕਰਦੇ ਹਾਂ। ਤੇ ਫਿਰ ਹੁਣ ਦੁਬਾਰਾ ਚਰਚਾ ਛਿੜੀ ਹੈ ਤੇ ਹੁਣ ਚੰਡੀਗੜ੍ਹ ਨੂੰ ਇਹਦੇ ਵਿੱਚ ਪੰਜਾਬ, ਹਰਿਆਣਾ, ਇਹ ਸਾਰੇ ਲਾਗਲੇ ਰਾਜਾਂ ਨੂੰ ਲੈ ਕੇ ਬਣਾਈ ਜਾ ਰਹੀ ਸੀ। ਪਹਿਲਾਂ ਜੋ ਵੀ ਕੇਂਦਰੀ ਗ੍ਰਹਿ ਮੰਤਰਾਲੇ 'ਚ ਜਾ ਕੇ ਇਹਦੇ ਜੋ ਵੀ ਇਤਰਾਜ਼ ਲੱਗਦੇ ਸੀ ਉਹ ਇਹ ਲੱਗਦੇ ਸੀ ਕਿ ਕਈ ਵਾਰੀ ਪੰਜਾਬ ਦੀ ਪ੍ਰਪੋਜ਼ਲ ਨਹੀਂ ਹੁੰਦੀ ਸੀ ਵਿੱਚ ਦਿੱਤੀ ਹੋਈ, ਕਈ ਵਾਰੀ ਹਰਿਆਣੇ ਦੀ ਸਰਕਾਰ ਦੀ ਨਹੀਂ ਦਿੱਤੀ ਹੁੰਦੀ ਸੀਗੀ। ਇਹ ਕਿੰਨਾ ਗੱਲਾਂ 'ਚ ਉਲਝਦਾ ਆ ਰਿਹਾ ਹੈ ਸਿਸਟਮ। ਯਾਨੀ ਕਿ 13 ਸਾਲ ਗੁਜ਼ਰ ਗਏ ਨੇ, 14ਵੇਂ ਸਾਲ ਫਿਰ ਇਹਦੀ ਚਰਚਾ ਛੇੜੀ ਗਈ ਹੈ। ਕੀ ਇਹ ਰਾਜਨੀਤਿਕ ਮੁੱਦਾ ਤਾਂ ਨਹੀਂ? ਕਾਰਪੋਰੇਸ਼ਨ ਦੀਆਂ ਚੋਣਾਂ ਨੇੜੇ ਨੇ, ਵਿਧਾਨ ਸਭਾ ਦੀਆਂ ਚੋਣਾਂ ਨੇੜੇ ਨੇ। ਕੀ ਇਸ ਤਰ੍ਹਾਂ ਸਿਰਫ ਇਹ ਜਿਵੇਂ ਇੱਕ ਭਾਜਪਾ ਸਰਕਾਰ ਦਾ ਮੰਨਿਆ ਜਾਂਦਾ ਕਿ ਜੁਮਲਿਆਂ ਨਾਲ ਕੰਮ ਚਲਾਉਂਦੇ ਨੇ, ਕਿਤੇ ਉਹ ਚੱਕਰ ਤਾਂ ਨਹੀਂ? ਦੇਖੋ, ਮੇਰੀ ਸ਼੍ਰੀਮਤੀ ਕਿਰਨ ਖੇਰ ਜੀ ਨਾਲ 2-3 ਵਾਰੀ ਡਿਸਕਸ਼ਨ ਹੋਈ ਇਸ ਮੁੱਦੇ ਤੇ। ਇੱਕ ਪੰਜਾਬ ਇੰਜੀਨੀਅਰਿੰਗ ਕਾਲਜ ਵੱਲੋਂ ਵੀ ਇੱਕ ਕੁਝ ਸਟੂਡੈਂਟਸ ਨੇ ਸਟੱਡੀ ਕੀਤੀ ਸੀ ਇਸੇ ਸਬਜੈਕਟ ਦੇ ਉੱਤੇ। ਉਹ ਸਟੱਡੀ ਵੀ ਕਿਤੇ ਵਿਦੇਸ਼ 'ਚ ਵੀ ਛਪੀ ਹੈ ਸ਼ਾਇਦ ਮੇਰੇ ਨੌਲੇਜ ਮੁਤਾਬਕ। ਉਹ ਸਟੱਡੀ ਔਰ ਜੋ ਸਾਡੀ ਆਪਣੀ ਸਟੱਡੀ ਸੀ ਉਹ ਕਿਰਨ ਖੇਰ ਜੀ ਨੇ ਮੇਰੇ ਤੋਂ ਮੰਗਵਾਈ ਸੀ, ਮੇਰੇ ਨਾਲ ਗੱਲ ਵੀ ਕੀਤੀ ਸੀ। ਤੇ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿਰਨ ਖੇਰ ਜੀ ਦਾ ਕਿ ਇਹ ਜੋ ਮੈਟਰੋ ਰੇਲ ਦਾ ਪ੍ਰਪੋਜ਼ਲ ਆ ਇਹਦੇ ਨਾਲ ਸਾਰਾ ਸ਼ਹਿਰ ਪੁੱਟਿਆ ਜਾਣਾ ਤੇ ਸ਼ਹਿਰ ਦੀ ਸਾਰੀ ਖੂਬਸੂਰਤੀ ਖਰਾਬ ਹੋ ਜਾਣੀ ਆ। ਰਹੀ ਗੱਲ ਕਿ ਵੀ ਪੰਜਾਬ ਹਰਿਆਣੇ ਦੀ, ਜਿੱਥੋਂ ਤੱਕ ਮੇਰੀ ਨੌਲੇਜ ਹੈਗੀ ਆ, ਮੈਨੂੰ ਪਤਾ ਲੱਗਿਆ ਕਿ ਇਹਦਾ ਜਿਹੜਾ 14,000 ਕਰੋੜ ਰੁਪਇਆ ਲੱਗਣਾ ਸੀ ਉਹਦੇ 'ਚੋਂ ਕੁਛ ਹਿੱਸਾ ਪੰਜਾਬ ਨੇ ਦੇਣਾ ਸੀ, ਕੁਛ ਹਿੱਸਾ ਹਰਿਆਣਾ ਨੇ ਦੇਣਾ ਸੀ ਤੇ ਕੁਛ ਹਿੱਸਾ ਚੰਡੀਗੜ੍ਹ ਨੇ ਦੇਣਾ ਸੀ। ਜਦੋਂ ਉਹ ਸਾਰੀ ਖਤੋ-ਖਤਾਬਤ ਕੀਤੀ ਗਈ ਤੇ ਪਤਾ ਚੱਲਿਆ ਸੀ ਕਿ ਨਾ ਪੰਜਾਬ ਨੇ ਇਹਦਾ ਹੁੰਗਾਰਾ ਭਰਿਆ ਤੇ ਨਾ ਹਰਿਆਣਾ ਨੇ ਉਹਦਾ ਹੁੰਗਾਰਾ ਭਰਿਆ। ਉਹ ਮਤਲਬ ਜਦ ਤੱਕ ਪੈਸਾ ਹੀ ਨਹੀਂ ਆਉਣਾ ਤੇ ਉਹ ਕਿਵੇਂ ਬਣ ਸਕਦਾ ਪ੍ਰੋਜੈਕਟ, ਉਹ ਸਾਡੀ ਸਮਝ ਤੋਂ ਬਾਹਰ ਹੈ। ਤੇ ਫਿਰ ਲਗਾਤਾਰ ਰੁਕ ਕੇ ਇਸ ਪ੍ਰੋਜੈਕਟ ਤੇ ਚਰਚਾ ਸ਼ੁਰੂ ਹੁੰਦੀ ਹੈ। ਸਿਆਸੀ ਲੀਡਰ ਐਡਵਾਈਜ਼ਰੀ ਕੌਂਸਲ 'ਚ ਜਾ ਕੇ ਇਹਦਾ ਮੁੱਦਾ ਫਿਰ ਪਕਾਉਂਦੇ ਆ, ਫਿਰ ਠੰਡੇ ਬਸਤੇ ਪੈ ਜਾਂਦਾ ਕਿ ਇਹ ਕੋਈ ਅਲਾਦੀਨ ਦਾ ਚਿਰਾਗ ਤਾਂ ਨਹੀਂ, ਉਹ ਕੱਢ ਲੈਂਦੇ ਜਦੋਂ ਇਲੈਕਸ਼ਨਾਂ ਵੇਲੇ। ਇਹਦੇ ਬਾਰੇ ਤਾਂ ਤੁਸੀਂ ਉਹਨਾਂ ਨੂੰ ਹੀ ਸਵਾਲ ਪੁੱਛ ਸਕਦੇ ਹੋ। ਨਹੀਂ, ਫਿਰ ਜਦੋਂ ਤੁਸੀਂ ਮਾਹਿਰ ਤੁਸੀਂ ਕਹਿੰਦੇ ਹੋ ਵੀ ਇਹ ਫਿਰ ਚੰਡੀਗੜ੍ਹ ਲਈ ਜਿਹੜੀ ਇਹ ਮੈਟਰੋ ਹੈ ਇਹ ਸਹਿਯੋਗਫੁਲ ਬਣੇਗੀ, ਯਾਨੀ ਕਿ ਟਰਾਂਸਪੋਰਟੇਸ਼ਨ ਵਾਸਤੇ, ਕਿ ਵਿਘਨ ਬਣੇਗੀ ਵੱਡਾ? ਇੱਕ ਸੰਭਾਵਨਾ ਜਦੋਂ ਅਸੀਂ ਸਟੱਡੀ ਕਰ ਰਹੇ ਸੀ ਉਹਦੇ 'ਚ ਇਹ ਨਿਕਲ ਕੇ ਆਈ ਸੀ ਕਿ ਜਿਹੜੇ ਦੁਨੀਆ ਦੇ ਦੇਸ਼ਾਂ ਦੇ ਵਿੱਚ ਬਹੁਤ ਸਫਲਤਾ ਨਾਲ ਇਹ ਚੱਲ ਰਹੀ ਆ, ਉੱਥੇ ਉਹਨਾਂ ਨੇ ਰੇਡੀਅਲ ਸਿਸਟਮ ਜਿਹੜਾ ਮੈਟਰੋ ਦਾ ਉਹ ਬਣਾਇਆ ਗਿਆ। ਜਿਵੇਂ ਮਾਸਕੋ ਹੋ ਗਿਆ, ਟੋਕੀਓ ਹੋ ਗਿਆ, ਸਿਓਲ ਹੋ ਗਿਆ, ਸ਼ੰਘਾਈ ਹੋ ਗਿਆ ਤੇ ਮੈਡਰਿਡ ਹੋ ਗਿਆ ਸਪੇਨ ਦੇ ਵਿੱਚ। ਤੁਸੀਂ ਵਿਸ਼ਵ ਪੱਧਰ ਦੇ ਦੇਸ਼ਾਂ ਦੀ ਗੱਲ ਕੀਤੀ ਹੈ। ਇਹ ਰੇਡੀਅਲ ਸਿਸਟਮ ਹੈ ਕੀ? ਉਹ ਥੋੜਾ ਦੱਸੋ। ਰੇਡੀਅਲ ਸਿਸਟਮ ਇਹ ਹੈ ਕਿ ਸ਼ਹਿਰ ਦੇ ਵਿੱਚ ਨਹੀਂ ਇਹ ਘੁੰਮੇਗੀ ਜੀ, ਸ਼ਹਿਰ ਦੇ ਬਾਹਰ ਜਿਵੇਂ ਆਪਾਂ ਰਿੰਗ ਰੋਡ ਬਣਾ ਦਈਦੀ ਆ, ਇਸ ਤਰੀਕੇ ਨਾਲ ਬਾਹਰਲੇ ਪਾਸੇ ਸਰਕਲ 'ਚ ਘੁੰਮੇਗੀ ਤੇ ਉੱਥੋਂ ਦੀ ਜਦੋਂ ਸਾਰੇ ਚਾਰੋਂ ਤਰਫ ਘੁੰਮ ਜਾਏਗੀ ਤੇ ਉੱਥੋਂ ਇੱਕ ਬੱਸਿਸ ਦਾ ਸਿਸਟਮ ਬਣਾਇਆ ਜਾਏਗਾ ਅਲੱਗ-ਅਲੱਗ ਸਟੇਸ਼ਨ ਤੋਂ। ਉਹ ਉੱਥੋਂ ਬੱਸਿਸ ਲੈ ਕੇ ਲੋਕਾਂ ਨੂੰ ਸ਼ਹਿਰ ਦੇ ਵਿੱਚ ਆਉਣਗੀਆਂ। ਯਾਨੀ ਫਿਰ ਇਹ ਟਰਾਈ ਸਿਟੀ ਨੂੰ ਟੱਚ ਕਰੇਗੀ। ਟਰਾਈ ਸਿਟੀ ਨੂੰ ਟੱਚ ਕਰੇਗੀ। ਜੇ ਰੇਡੀਅਲ ਸਿਸਟਮ ਬਣਦਾ ਤੇ ਸ਼ਾਇਦ ਕੁਝ ਸੰਭਾਵਨਾ ਬਣ ਸਕਦੀ ਹੈ। ਨਹੀਂ, ਹੁਣ ਮੰਨਿਆ ਵੀ ਜਾ ਰਿਹਾ ਸ਼ਾਇਦ ਗਿਆਨਚੰਦ ਗੁਪਤਾ ਜੀ ਨੇ ਕੇਂਦਰੀ ਮੰਤਰੀ ਨੂੰ ਇਹੀ ਪ੍ਰਪੋਜ਼ਲ ਦਿੱਤੀ ਵੀ ਟਰਾਈ ਸਿਟੀ ਨੂੰ ਟੱਚ ਕਰਦੀ ਬਣਾਈ ਜਾਵੇ। ਹਾਂ, ਜਿਹੜਾ ਪਹਿਲੇ ਸਿਸਟਮ ਸੀਗਾ ਉਹਨੂੰ ਕਹਿੰਦੇ ਸੀ ਕ੍ਰਾਸ ਸਿਸਟਮ। ਉਹਦੇ ਵਿੱਚ ਸੀਗਾ ਕਿ ਇੱਕ ਜਨਮਾਰਗ ਤੋਂ ਐ ਨੂੰ ਜਾਣੀ ਸੀ ਤੇ ਇੱਕ ਮੱਧਿਆ ਮਾਰਗ ਤੋਂ ਜਾਣੀ ਸੀ, ਜਿਵੇਂ ਕ੍ਰਾਸ ਹੁੰਦਾ ਉਵੇਂ ਜਾਣੀ ਸੀਗੀ। ਤੇ ਉਹਦੇ ਵਿੱਚ ਦਿੱਕਤ ਇਹ ਆ ਕਿ ਉਹ ਤਾਂ ਫਿਰ ਸ਼ਹਿਰ ਦੇ ਵਿੱਚੋਂ ਦੀ ਜਾਂਦੀ ਹੋਈ ਉਹਨੇ ਸਾਰਾ ਸ਼ਹਿਰ ਪੱਟਿਆ ਜਾਣਾ ਸੀ ਤੇ ਜਿਹੜੇ ਉਹਦੇ ਮੈਟਰੋ ਸਟੇਸ਼ਨ ਬਣਨੇ ਆ ਉਹਦੇ ਤੇ ਇੱਕ ਸਟੇਸ਼ਨ ਤੇ 200-300 ਕਾਰਾਂ ਦੀ ਪਾਰਕਿੰਗ ਦਾ ਪ੍ਰਾਵਧਾਨ ਨਹੀਂ ਹੋ ਪਾਇਆ। ਮਾਸਟਰ ਪਲਾਨ ਦੇ ਨਾਲ ਉਹ ਇੰਟੈਗਰੇਟ ਨਹੀਂ ਹੋ ਪਾਇਆ। ਇਸ ਕਰਕੇ ਉਹਦੀ ਕੋਈ ਬਣਨ ਦੀ ਸੰਭਾਵਨਾ ਦੇ ਉੱਤੇ ਇੱਕ ਗੱਲ ਨਹੀਂ ਬਣੀ, ਕੁਐਸਚਨ ਮਾਰਕ ਲੱਗ ਗਿਆ। ਚਲੋ, ਗੱਲ ਇਹ ਸੀਗੀ ਕਿ ਚਲੋ ਮੈਟਰੋ ਦੇ ਵਿੱਚ ਕਈ ਸਵਾਲ ਖੜੇ ਹੋਏ, ਉਸ ਕਰਕੇ ਇਹਨੂੰ ਨਿਰੰਤਰ DPR ਬਣਦੇ ਜੀ, ਡੇਲ ਪ੍ਰੋਜੈਕਟ ਰਿਪੋਰਟ। ਉਸ ਤੋਂ ਬਾਅਦ ਤੇ ਇਤਰਾਜ਼ ਲੱਗਦੇ ਰਹੇ। ਇਤਰਾਜ਼ ਲੱਗਣ ਤੋਂ ਬਾਅਦ ਸਿਆਸੀ ਧਿਰਾਂ, ਵਿਰੋਧੀ ਧਿਰਾਂ ਦਾ ਯਾਨੀ ਕਿ ਵਿਰੋਧ ਵੀ ਕਰਦੇ ਰਹੀਆਂ, ਪੱਖਪਾਤ ਵੀ ਕਰਦੇ ਰਹੇ। ਹੁਣ ਗੱਲ ਇਹ ਰਹੀ ਕਿ ਫਿਰ ਚੰਡੀਗੜ੍ਹ ਲਈ ਕੀ ਮੈਟਰੋ ਰੇਲ ਲੋੜੀਂਦੀ ਹੈ? ਜੇ ਨਹੀਂ ਤਾਂ ਕਿਉਂ? ਜੇ ਹੈ ਤਾਂ ਕਿਸ ਤਰ੍ਹਾਂ ਦੀ? ਦੇਖੋ, ਸਾਡੀ ਸਟੱਡੀ ਮੁਤਾਬਕ ਮੈਟਰੋ ਰੇਲ ਤਾਂ ਕਾਮਯਾਬ ਹੁੰਦੀ ਆ ਜੇ ਉੱਥੋਂ ਦੀ ਆਬਾਦੀ ਦੀ ਕੁਛ ਅਨੁਪਾਤ ਹੁੰਦੀ ਆ ਜਿਹਦੇ ਮੁਤਾਬਕ ਵੀ ਇੰਨੇ ਜਿਹੜੇ ਸਵਾਰੀਆਂ ਆ ਉਹ ਇੱਕ ਸਟੇਸ਼ਨ ਤੇ ਇੰਨੇ 1 ਘੰਟੇ 'ਚ ਇੰਨੇ ਇਕੱਠੀਆਂ ਹੋਣ ਤਾਂ ਇੰਨੇ ਟਾਈਮ 'ਚ ਉਹ ਅੱਗੇ ਜਾਣਗੀਆਂ। ਇਹਦੇ ਜਿਹੜੇ ਫੈਕਟ ਫਿਗਰ ਆ ਉਹ ਇਹ ਕਹਿੰਦੇ ਆ
ਜੋ ਤੱਥ ਆ ਉਹ ਇਹ ਕਹਿੰਦੇ ਆ ਕਿ 2051 ਤੱਕ ਇੱਥੇ ਓਨਾ ਰਸ਼ ਹੋਣਾ ਹੀ ਨਹੀਂ ਜਿਹਦੇ ਨਾਲ ਮੈਟਰੋ ਦੀ ਸੰਭਾਵਨਾ ਬਣ ਸਕੇ। ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਮੈਟਰੋ ਦਾ ਇੱਕ ਫੰਡਾ ਇਹ ਹੁੰਦਾ ਕਿ ਜਦੋਂ ਇੱਕ ਸਵਾਰੀ ਸਟੇਸ਼ਨ ਤੇ ਪਹੁੰਚਦੀ ਆ ਤੇ 6 ਮਿੰਟ ਦੇ ਅੰਦਰ ਅੰਦਰ ਉਹਨੂੰ ਟ੍ਰੇਨ ਪਕੜਨੀ ਹੁੰਦੀ ਆ ਤਾਂ ਉਹ ਸਵਾਰੀ ਉੱਥੇ ਇੰਤਜ਼ਾਰ ਕਰਦੀ ਆ। ਦੁਨੀਆ ਦੀਆਂ ਸਟੱਡੀਜ਼ ਇਹ ਕਹਿੰਦੀਆਂ। ਸਾਡੇ ਚੰਡੀਗੜ੍ਹ ਦੀ ਜਿਹੜੀ ਮੈਟਰੋ ਸੀਗੀ ਉਹਦੇ 'ਚ ਵੇਟਿੰਗ ਪੀਰੀਅਡ, ਇੰਤਜ਼ਾਰ ਦਾ ਟਾਈਮ ਜਿਹੜਾ ਉਹ 16 ਮਿੰਟ ਸੀਗਾ। 16 ਮਿੰਟ ਕੋਈ ਇੰਤਜ਼ਾਰ ਨਹੀਂ ਕਰਦਾ। ਉਹ ਕਹਿੰਦਾ ਉਨੀ ਦੇਰ 'ਚ ਤਾਂ ਫਿਰ ਮੈਂ ਰਿਕਸ਼ਾ ਕਰਕੇ ਚੱਲ ਜਾਊਂਗਾ ਜੀ। ਤੇ ਇਸ ਕਰਕੇ ਮਤਲਬ ਇਹਨੂੰ ਸਰਕਾਰ ਨੇ ਸੋਚਿਆ ਵੀ ਇਹ ਠੀਕ ਗੱਲ ਆ, ਇਹ ਬਣਦੀ ਨਹੀਂ ਪਈ ਗੱਲ। ਇੱਕ ਇਹ ਨੁਕਤਾ ਸੀ, ਇੱਕ ਇਹ ਨੁਕਤਾ ਸੀਗਾ। ਅੱਛਾ, ਹੋਰ ਕਿਹੜੀ ਖਾਸ ਗੱਲ ਚਾਹੀਦੀ ਹੈ ਇਹਦੇ 'ਚ? ਇੱਕ ਹੋਰ ਮੁੱਦਾ ਸੀਗਾ ਕਿ ਜਿੰਨਾ ਟਾਈਮ ਇਹਨੂੰ ਬਣਨੇ ਨੂੰ ਲੱਗਣਾ, ਜਦ ਤੱਕ ਇਹਨੇ ਚਾਲੂ ਹੋਣਾ, ਇਹਦੀ ਜਿਹੜੀ ਟੈਕਨੋਲੋਜੀ ਆਪਾਂ ਇੱਥੇ ਲਗਾ ਰਹੇ ਸੀਗੇ, ਉਹ ਟੈਕਨੋਲੋਜੀ ਜਦ ਤੱਕ ਬਣਨਾ ਕਰਨਾ, ਉਹ ਮਤਲਬ ਟੈਕਨੋਲੋਜੀ ਜਦ ਤੱਕ ਉਹਨੇ ਸਹੀ ਸ਼ੇਪ 'ਚ ਚੱਲਣ ਲੱਗਣਾ ਸੀਗਾ ਤਦ ਤੱਕ ਉਹ ਟੈਕਨੋਲੋਜੀ ਆਊਟਡੇਟ ਹੋ ਜਾਣੀ ਸੀ, ਪੁਰਾਣੀ ਹੋ ਜਾਣੀ ਸੀਗੀ। ਇਸ ਕਰਕੇ ਇੱਕ ਸੁਝਾਅ ਅਸੀਂ ਇਹ ਦਿੱਤਾ ਸੀ ਕਿਸੇ ਜ਼ਮਾਨੇ 'ਚ ਵੀ ਇਹਨੂੰ ਆਟੋਮੇਟਡ ਡਰਾਈਵਰਲੈਸ ਟ੍ਰੇਨਸ ਇਹਦੇ ਚਲਾਈ ਜਾਵੇ। ਇਹ ਪਹਿਲਾਂ ਖੋਲ ਕੇ ਦੱਸੋ, ਆਟੋਮੇਟਡ ਡਰਾਈਵਰਲੈਸ ਟ੍ਰੇਨ ਹੈ ਕੀ ਚੀਜ਼? ਮਤਲਬ ਉਹਦੇ 'ਚ ਕੀ ਹੁੰਦਾ ਕਿ ਡਰਾਈਵਰ ਨਹੀਂ ਚਲਾਉਂਦੇ ਉਹਨੂੰ, ਉਹ ਆਪੇ ਹੀ ਚੱਲਦੀ ਆ, ਕੰਪਿਊਟਰਾਈਜ਼ਡ ਹੁੰਦੀ ਆ, ਆਪੇ ਹੀ ਚੱਲਦੀ ਆ। ਅੱਛਾ। ਉਹਦੇ ਵਿੱਚ ਇੱਕ ਸਟੱਡੀ ਨੇ ਦੱਸਿਆ ਸੀ, ਉਸ ਵੇਲੇ 2012 ਦੀ ਗੱਲ ਹੈ, 2012 ਦੇ ਵਿੱਚ ਸਟੱਡੀ ਨੇ ਕਿਹਾ ਸੀ ਵੀ ਇਹਨੂੰ ਚਲਾਉਣ ਦਾ ਇੱਕ ਮਹੀਨੇ ਦਾ 3 ਲੱਖ ਰੁਪਇਆ ਕਾਸਟ ਆਏਗਾ ਇੱਕ ਟ੍ਰੇਨ ਨੂੰ ਚਲਾਉਣ ਦਾ ਜੀ। ਤੇ ਉਹਦੇ ਵਿੱਚ ਇਹ ਗੱਲ ਨਿਕਲ ਕੇ ਆਈ ਸੀ ਵੀ ਜੇ ਆਪਾਂ ਡਰਾਈਵਰਲੈਸ ਟ੍ਰੇਨ ਚਲਾ ਦਈਏ ਤਾਂ ਉਹ ਜਿਹੜਾ ਖਰਚਾ ਫਿਰ ਉਹ ਜ਼ੀਰੋ ਹੋ ਜਾਏਗਾ ਨਾ ਜੀ। ਚਲੋ ਇਹ ਉਹ ਨੁਕਤੇ ਰਹੇ ਕਿ ਜਿਹੜੇ ਕੁਛ ਇਸ ਮੈਟਰੋ ਰੇਲ ਦੇ ਪੱਖ 'ਚ ਸੀ, ਕੁਛ ਨਹੀਂ ਸੀਗੇ। ਹੁਣ ਇਹ ਹੈ ਕਿ ਪੁਰਾਣੇ ਦੋ ਸਾਬਕਾ MP ਸੀਗੇ ਜਿਹੜੇ ਚੰਡੀਗੜ੍ਹ ਨੂੰ ਰਿਪਰੈਜ਼ੈਂਟ ਕਰਦੇ ਸੀ ਖਾਸ ਕਰਕੇ, ਉਹ ਇਹਦੇ ਪੱਖ 'ਚ ਨੇ। ਮੌਜੂਦਾ MP ਲੋਕ ਸਭਾ ਮੈਂਬਰ ਬੀਬੀ ਕਿਰਨ ਕੌਰ ਇਹਦੇ ਪੱਖ 'ਚ ਨਹੀਂ ਹੈ। ਉਹ ਚਲੋ ਤੁਹਾਡੀਆਂ ਗੱਲਾਂ ਨਾਲ ਸਹਿਮਤ ਹੋ ਸਕਦੇ ਕਿਤੇ ਨਾ ਕਿਤੇ, ਪਰ ਉਹ ਉਹਨਾਂ ਨੇ ਇੱਕ ਹੋਰ ਦਿੱਤਾ ਸੀ ਕਿ ਮੋਨੋ ਰੇਲ। ਇਹ ਰੇਲ ਕੀ ਚੀਜ਼ ਹੈ? ਮੋਨੋ ਰੇਲ ਇੱਕ ਛੋਟੀ ਰੇਲ ਹੁੰਦੀ ਆ ਜੀ। ਉਹ ਜਦੋਂ ਮੈਟਰੋ ਰੇਲ ਜਿਹੜੀ ਆਪਾਂ ਜਿਹਦੇ ਬਾਰੇ ਚਰਚਾ ਕਰ ਰਹੇ ਹਾਂ, ਜਦੋਂ ਉਹ ਸਾਨੂੰ ਲੱਗਦਾ ਹੈ ਵੀ ਮੈਟਰੋ ਰੇਲ ਵੱਡੀ ਚੀਜ਼ ਆ ਜਿਹੜੀ ਇਸ ਸ਼ਹਿਰ ਲਈ ਲੋੜੀਂਦੀ ਨਹੀਂ ਹੈ, ਕਿਉਂਕਿ ਇੱਥੋਂ ਦੀ ਆਬਾਦੀ ਉਨੀ ਨਹੀਂ ਆ। ਕਿਉਂਕਿ ਜਿੱਦਾਂ ਮੈਂ ਪਹਿਲੇ ਅਰਜ਼ ਕੀਤਾ ਕਿ ਜੇ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਮੈਟਰੋ ਗੌਰਮੈਂਟ ਨੇ ਪ੍ਰਪੋਜ਼ ਕਰਕੇ ਸਟੱਡੀ ਕਰਕੇ ਕੈਂਸਲ ਕੀਤੀ ਗਈ ਆ, ਤੇ ਸਾਡੀ ਚੰਡੀਗੜ੍ਹ ਦੀ ਜਿਹੜੀ ਆਬਾਦੀ ਆ ਉਹ ਤਾਂ ਲੁਧਿਆਣੇ ਨਾਲੋਂ ਕਿਤੇ ਹੀ ਘੱਟ ਹੈ, ਤਾਂ ਫਿਰ ਇੱਥੇ ਤਾਂ ਉਹ ਬਿਲਕੁਲ ਹੀ ਸਾਬਤ ਸਹੀ ਨਹੀਂ ਹੋ ਸਕਦੀ। ਚਲੋ ਮੈਟਰੋ ਰੇਲ 'ਚ ਕਈ ਨੁਕਤਿਆਂ ਕਰਕੇ ਉਹ ਰੁਕਦੀ ਰਹੀ, ਇਤਰਾਜ਼ ਲੱਗਦੇ ਰਹੇ, 12 ਸਾਲ ਗੁਜ਼ਰ ਗਏ, 13 ਸਾਲ ਗੁਜ਼ਰ ਗਏ, 14ਵੇਂ ਸਾਲ 'ਚ ਆ ਕੇ ਫਿਰ ਚਰਚਾ ਹੋ ਗਈ ਜੀ। ਮੋਨੋ ਰੇਲ ਵੀ ਤੁਹਾਡੇ ਮੁਤਾਬਕ ਇੱਥੇ ਸੈੱਟ ਨਹੀਂ ਬੈਠਦੀ, ਤੇ ਫਿਰ ਇੱਥੇ ਇਹ ਜਿਹੜੀ ਮੈਟਰੋ ਰੇਲ ਦੀ ਚਰਚਾ ਹੈ ਸਿਰਫ ਚੋਣਾਂ ਕਰਕੇ ਭਖੀ ਹੈ ਜਾਂ ਲੋੜੀਂਦੀ ਵੀ ਹੈ? ਦੇਖੋ, ਟ੍ਰੈਫਿਕ ਦੀ ਪ੍ਰੋਬਲਮ ਤਾਂ ਚੰਡੀਗੜ੍ਹ 'ਚ ਹੈ, ਲੇਕਿਨ ਟ੍ਰੈਫਿਕ ਦੀ ਜਿਹੜੀ ਸਟੱਡੀ ਹੈ ਕੋਈ ਹੁਣੇ ਹੀ ਪਤਾ ਚੱਲਿਆ ਸੀ ਕਿ ਅਹਿਮਦਾਬਾਦ ਦੀ ਇੱਕ ਆਰਕੀਟੈਕਚਰ ਦਾ ਸਕੂਲ ਹੈ, ਉਹਦਾ ਨਾਮ ਹੈ ਸੈਪਟ ਨੇ ਕੋਈ ਸਟੱਡੀ ਕੀਤੀ ਹੈ ਚੰਡੀਗੜ੍ਹ ਦੀ ਪਾਰਕਿੰਗ ਦੀ ਤੇ ਟ੍ਰੈਫਿਕ ਦੀ। ਉਹਨਾਂ ਨੇ ਸਰਕਾਰ ਨੂੰ ਉਹਦੀਆਂ ਕੁਝ ਤਜਵੀਜ਼ਾਂ ਦਿੱਤੀਆਂ ਹਨ, ਇਹ ਕੁਝ ਦਿਨ ਪਹਿਲੇ ਦੀ ਖਬਰ ਹੈ ਜੀ। ਤੇ ਮੈਨੂੰ ਲੱਗਦਾ ਕਿ ਪਿਛਲੇ 20 ਸਾਲ 'ਚ ਚੰਡੀਗੜ੍ਹ ਦੀ ਟ੍ਰੈਫਿਕ ਦੇ ਉੱਤੇ ਕੋਈ ਲੋੜੀਂਦੀ ਜਾਣਕਾਰੀ ਵੀ ਨਹੀਂ ਇਕੱਠੀ ਕੀਤੀ ਗਈ, ਨਾ ਉਹਦੇ ਤੇ ਕੋਈ ਰਿਸਰਚ ਕੀਤੀ ਗਈ ਹੈ, ਨਾ ਕੋਈ ਅਧਿਐਨ ਕੀਤਾ ਗਿਆ। ਇਸ ਕਰਕੇ ਸਾਨੂੰ ਪਤਾ ਹੀ ਨਹੀਂ, ਸਾਡੇ ਸ਼ਹਿਰ ਨੂੰ ਪਤਾ ਹੀ ਨਹੀਂ ਕਿ ਕਿੱਥੇ ਕਿੰਨਾ ਰਸ਼ ਆ ਤੇ ਉਹਦਾ ਕੀ ਨਿਵਾਰਣ ਕਰਨਾ ਆ ਤੇ ਉਹ ਕਿਵੇਂ ਸੋਲਵ ਕਰਨਾ ਹੈ। ਇਸ ਕਰਕੇ ਅਸੀਂ ਬਿਨਾਂ ਕਿਸੇ ਗੱਲ ਦੀ, ਤੁਹਾਡੀ ਗੱਲ ਕਿਤੇ ਨਾ ਕਿਤੇ ਉਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਸ ਪ੍ਰੋਜੈਕਟ ਨੂੰ ਸਿਰਫ ਸਿਆਸੀ ਹਿੱਤਾਂ ਵਾਸਤੇ ਚਰਚਾ 'ਚ ਲਿਆਂਦਾ ਜਾਂਦਾ ਹੈ, ਜ਼ਮੀਨੀ ਪੱਧਰ 'ਤੇ ਇਹਨੂੰ ਦੇਖਿਆ ਨਹੀਂ ਜਾਂਦਾ। ਚੰਡੀਗੜ੍ਹ ਦੀ ਜਿਹੜੀ ਟ੍ਰੈਫਿਕ ਦੀ ਜਾਂ ਚੰਡੀਗੜ੍ਹ ਦੇ ਲਾਗਲੇ ਸੂਬਿਆਂ ਦੀ ਟ੍ਰੈਫਿਕ ਦਾ ਜੋ ਮਸਲਾ ਹੈ ਉਸ 'ਤੇ ਕਦੇ ਖੋਜ ਹੀ ਨਹੀਂ ਹੋਈ, ਉਸ ਵਿਸ਼ੇ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਜੇ ਇੱਕ ਗੱਲ ਹੋਰ ਵੀ ਆਈ ਸੀ ਪਿੱਛੇ ਜੇ ਮੀਡੀਆ 'ਚ ਕਿ ਜੇ ਇੱਥੋਂ ਦੀ ਮੈਟਰੋ ਦੀ ਬਜਾਏ ਪਬਲਿਕ ਟਰਾਂਸਪੋਰਟ ਨੂੰ ਥੋੜ੍ਹਾ ਜਿਹਾ ਸੋਲਿਡ ਕਰ ਦਿੱਤਾ ਜਾਵੇ, ਠੋਸ ਤਰੀਕੇ ਨਾਲ ਚਲਾਇਆ ਜਾਵੇ, ਤਾਂ ਇਹ ਮਸਲਾ ਹੱਲ ਹੋ ਸਕਦਾ ਹੈ। ਕੀ ਇਹ ਠੀਕ ਹੈ? ਮੇਰੇ ਮੁਤਾਬਕ ਇਹ ਬਿਲਕੁਲ ਠੀਕ ਹੈ, ਕਿਉਂਕਿ ਅਸੀਂ ਵੀ ਕੁਝ ਸਟੱਡੀਜ਼ ਕੀਤੀਆਂ ਸੀ ਜਿਹਦੇ ਵਿੱਚ ਇਹ ਪਤਾ ਲੱਗਿਆ ਸੀ ਕਿ ਸਾਡੀਆਂ ਜਿਹੜੀਆਂ ਬੱਸਿਸ ਆ ਚੰਡੀਗੜ੍ਹ 'ਚ ਉਹ ਬਹੁਤ ਘੱਟ ਆ। ਜੇ ਕੁਝ ਬੱਸਿਸ ਹੋਰ ਲੈ ਲਈਆਂ ਜਾਣ, ਕੁਝ ਮਿਨੀ ਬੱਸਿਸ ਹੋਰ ਲੈ ਲਈਆਂ ਜਾਣ, ਮਿਨੀ ਬੱਸ ਜਿਹੜੀ ਉਹ ਸੈਕਟਰ ਦੇ ਅੰਦਰ ਘੁੰਮੇ ਤੇ ਜਿਹੜੀ ਵੱਡੀ ਬੱਸ ਆ ਉਹ ਜਿਹੜਾ ਸੈਕਟਰ ਦਾ ਗ੍ਰਿਡ ਆ ਉਹਦੇ ਉੱਤੇ ਮੇਨ ਸੜਕਾਂ ਦੇ ਉੱਤੇ ਦੋਨੋਂ ਦਿਸ਼ਾ 'ਚ ਜਾਵੇ।
ਤਾਂ ਉਹਦੇ ਨਾਲ ਸ਼ਹਿਰ ਦੇ ਵਿੱਚ ਕੋਈ ਇੰਨੀ ਲੰਬੀ ਚੌੜੀ ਸਮੱਸਿਆ ਨਹੀਂ। ਉਹਦਾ ਟਾਈਮ ਟੇਬਲ ਹੋਵੇ, ਉਹਦੀ ਵੈਬਸਾਈਟ ਹੋਵੇ, ਟਾਈਮ ਲਿਖਿਆ ਹੋਵੇ ਵੀ ਇੰਨੇ ਵਜੇ ਆਹ ਬੱਸ 14 ਨੰਬਰ ਬੱਸ ਇਸ ਵਾਲੇ ਸਟੇਸ਼ਨ ਤੇ ਆਣੀ ਆ, ਤੇ ਉਹਦੇ ਨਾਲ ਆਪੇ ਹੀ ਲੋਕਾਂ ਨੂੰ ਪਤਾ ਹੋਏਗਾ ਕਿ ਜਿੱਦਾਂ ਹੁਣ ਮੈਂ ਦੇਖ ਰਿਹਾ ਸੀ ਆਟੋਜ਼ ਹੈ, ਉਹ ਜੁਗਨੂ ਕਰਕੇ ਕੁਛ, ਉਹ ਸਾਡੇ ਬੱਚੇ ਟ੍ਰੇਨਿੰਗ ਤੇ ਆਉਂਦੇ ਆ ਇੱਥੇ, ਉਹ ਫਟਾਫਟ ਉਹਦੇ ਤੇ ਬੁੱਕ ਕਰਕੇ ਫਟਾਫਟ ਚੱਲ ਜਾਂਦੇ ਆ। ਉਹ ਜੁਗਨੂ ਥੱਲੇ ਖੜਾ ਹੁੰਦਾ, ਫਟਾਫਟ ਚੜ੍ਹ ਕੇ ਯਾਨੀ ਕਿ ਪਬਲਿਕ ਟਰਾਂਸਪੋਰਟ ਨੂੰ ਜੇ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਜਾਵੇ ਤਾਂ ਇਹ ਮਸਲਾ ਟ੍ਰੈਫਿਕ ਦਾ ਹੱਲ ਹੋ ਸਕਦਾ। ਬਿਲਕੁਲ ਵੀ ਮੈਟਰੋ ਇਹਦਾ ਹੱਲ ਨਹੀਂ ਹੈ। ਅੱਛਾ, ਫਿਰ ਇਹ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਹਮੇਸ਼ਾ ਸਰਕਾਰਾਂ ਦੇ ਅੰਡਰ ਕੰਮ ਕਰਦਾ ਹੈ ਜਾਂ ਸਰਕਾਰਾਂ ਦੇ ਪ੍ਰਭਾਵ ਹੇਠ ਕੰਮ ਕਰਦਾ ਹੈ, ਕੀ ਉਹਨਾਂ ਦਾ ਮਿਲ ਕੇ ਹੋਇਆ ਬਣਾਇਆ ਹੋਇਆ ਇੱਕ ਸਿਸਟਮ ਲੱਗਦਾ ਕਿ ਜਿਹੜਾ ਇੱਥੇ ਸਮਝਦੇ, ਜਿਵੇਂ ਤੁਸੀਂ ਹੋਰ ਸ਼ਹਿਰਾਂ ਦਾ ਜ਼ਿਕਰ ਕੀਤਾ, ਪਿੰਕ ਸਿਟੀ 'ਚ ਇਹ ਇੰਨੀ ਨਹੀਂ ਚੱਲੀ, ਇਹ ਸੁੰਦਰ ਸ਼ਹਿਰ ਦੀ ਫਿਰ ਸੁੰਦਰਤਾ ਵਿਗਾੜਨ ਵਾਸਤੇ ਕੋਈ ਗੱਲ ਹੈ? ਇਹਦਾ ਮਤਲਬ ਕਿਤੇ ਨਾ ਕਿਤੇ ਜੇ ਕਲਾ ਨੂੰ ਪ੍ਰਤੀਨਿਧਤਾ ਕਰਦੀ ਆਪਣੀ ਕਿਰਨ ਖੇਰ ਹੈ, ਚਾਹੇ ਸਿਆਸੀ ਉਹਦਾ ਤਜਰਬਾ ਨਾ ਵੀ ਹੋਵੇ, ਇਹਦਾ ਮਤਲਬ ਫਿਰ ਉਹਦੀ ਗੱਲ ਕਿਤੇ ਨਾ ਕਿਤੇ ਠੀਕ ਬੈਠਦੀ ਹੈ। ਮੇਰੇ ਹਿਸਾਬ ਨਾਲ ਕਿਰਨ ਖੇਰ ਜੀ ਬਿਲਕੁਲ ਸਹੀ ਕਹਿੰਦੇ ਆ, ਕਿਉਂਕਿ ਇਹਦੀ ਨਾ ਤਾਂ ਇੱਥੇ ਫਿਜ਼ੀਬਿਲਿਟੀ ਆ, ਨਾ ਸਟੱਡੀ ਆ। ਸਾਰੀਆਂ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਸਟੱਡੀ ਇੱਕ ਸੀਗੀ, ਉਹਦੇ ਵਿੱਚ ਵੀ ਇਹੀ ਪਾਇਆ ਗਿਆ। ਜਿਹੜੀ ਸਾਡੀ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ ਦੀ ਸਟੱਡੀ ਸੀ, ਉਹਦੇ ਵਿੱਚ ਵੀ ਇਹੀ ਪਾਇਆ ਗਿਆ। ਔਰ ਅਸੀਂ ਇਹ ਸਾਰੇ ਫੈਕਟ ਫਿਗਰ ਜਿਹੜੇ ਆ ਰਾਜਨਾਥ ਸਿੰਘ ਜੀ ਨੂੰ ਦਿੱਤੇ ਸੀ, ਕਿਰਨ ਖੇਰ ਜੀ ਨੂੰ ਦਿੱਤੇ ਸੀ। ਉਹਨਾਂ ਨੇ ਇਹ ਸਾਡੀ ਚੀਜ਼ਾਂ ਨੂੰ ਦੇਖਦੇ ਹੋਏ ਉਹ ਕਹਿੰਦੇ ਵੀ ਇਹ ਗੱਲ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ। ਕਾਰਪੋਰੇਸ਼ਨ ਦੇ ਵਿੱਚ ਤੁਸੀਂ ਨਾਮਜ਼ਦ ਕੌਂਸਲ ਵਿੱਚ ਪਿਛਲੇ 5 ਸਾਲ ਸੇਵਾਵਾਂ ਦੇ ਚੁੱਕੇ ਹੋ। ਕਾਰਪੋਰੇਸ਼ਨ ਇੱਥੇ ਯਾਨੀ ਕਿ ਜ਼ਿਆਦਾਤਰ ਸਰਵਿਸ ਪ੍ਰੋਵਾਈਡਰ ਮੰਨੀ ਜਾਂਦੀ ਹੈ। ਕਾਰਪੋਰੇਸ਼ਨ ਦਾ ਵੀ ਥੋੜ੍ਹਾ ਮੋਟਾ ਉੱਥੋਂ ਕੋਈ ਜਾਣਕਾਰੀ ਲਈ ਹੋਣੀ ਹੈ ਪ੍ਰਸ਼ਾਸਨ ਇਸ ਵਿੱਚ, ਉਦੋਂ ਕੀ ਇਹਦਾ ਰਵੱਈਆ ਸੀ ਰੇਲ ਪ੍ਰਤੀ? ਜਿੱਥੋਂ ਤੱਕ ਸ਼ਹਿਰ ਦੀ ਵਿਉਂਤਬੰਦੀ ਜਾਂ ਪਲੈਨਿੰਗ ਦੀ ਗੱਲ ਆਪਾਂ ਕਰਦੇ ਹਾਂ, ਜਿਹੜਾ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਆ, ਉਹਦੇ ਕੋਲ ਕੋਈ ਵੀ ਐਸਾ ਪ੍ਰਬੰਧ ਨਹੀਂ ਆ। ਨਾ ਉਹਦੇ ਕੋਲ ਇਸ ਤਰ੍ਹਾਂ ਦੇ ਕੋਈ ਆਰਕੀਟੈਕਟ ਆ, ਨਾ ਕੋਈ ਪਲੈਨਰ ਹੈ, ਨਾ ਉਹਨਾਂ ਕੋਲ ਕੋਈ ਇਸ ਤਰ੍ਹਾਂ ਦੇ ਇੰਜੀਨੀਅਰ ਹੈ ਜਿਹਦੇ ਨਾਲ ਉਹ ਕੋਈ ਪਲੈਨਿੰਗ ਦੀ ਕਿਸੇ ਗੱਲ ਦੇ ਵਿੱਚ ਕੋਈ ਆਪਣੀ ਦਖਲਅੰਦਾਜ਼ੀ ਕਰ ਸਕਣ ਜਾਂ ਕੋਈ ਰਾਏ ਮਸ਼ਵਰਾ ਦੇ ਸਕਣ। ਉਹਨਾਂ ਕੋਲ ਤਾਂ ਇਸ ਤਰ੍ਹਾਂ ਦੀ ਕੋਈ ਵਿਵਸਥਾ ਹੀ ਨਹੀਂ ਹੈ। ਉਹਦੇ ਕੋਲ ਇਸ ਤਰ੍ਹਾਂ ਦਾ ਪ੍ਰਬੰਧ ਹੀ ਨਹੀਂ ਹੈ, ਤੇ ਪ੍ਰਸ਼ਾਸਨ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਆ ਮੁੱਖ, ਉਹ ਉਹਨਾਂ ਦੀ ਰਾਏ ਨਹੀਂ ਲੈਂਦਾ। ਨਾ ਉਹ ਲੈਂਦੇ ਆ, ਤੇ ਉਹਨਾਂ ਕੋਲ ਆਪਣੇ ਕੋਲ ਵੀ ਬਹੁਤ ਘੱਟ ਵਿਵਸਥਾ ਹੈ ਇੰਨੇ ਵੱਡੇ ਮੁੱਦਿਆਂ ਦੇ ਉੱਤੇ ਕੋਈ ਯਾਨੀ ਕਿ ਦੁਨੀਆ 'ਚ ਸੁੰਦਰ ਸ਼ਹਿਰ ਮੰਨੇ ਜਾਣ ਵਾਲੇ ਵਿੱਚ ਜਿਹੜੇ ਪ੍ਰਬੰਧਕ ਨੇ, ਜਿਹੜੇ ਪ੍ਰਸ਼ਾਸਨ ਨੂੰ ਰਿਪਰੈਜ਼ੈਂਟ ਕਰਦੇ ਨੇ, ਜਿਹੜੀਆਂ ਇਹੋ ਜਿਹੀਆਂ ਯੋਜਨਾਵਾਂ ਨੂੰ ਲੈ ਕੇ ਆਉਂਦੇ ਨੇ ਜਾਂ ਜਿਨ੍ਹਾਂ ਨੇ ਇਹਨਾਂ ਨੂੰ ਪ੍ਰਵਾਨਗੀ ਦੇਣੀ ਹੈ, ਉਹਨਾਂ ਦੇ ਵਿੱਚ ਕੋਈ ਖਾਸ ਜਿਹੜੇ ਮਾਹਿਰ ਬੰਦੇ ਨਹੀਂ ਹੈ। ਬਿਲਕੁਲ ਉਸ ਵਜ੍ਹਾ ਕਰਕੇ ਇਹ ਬਾਰ-ਬਾਰ ਪ੍ਰੋਜੈਕਟ ਆਉਂਦੇ ਆ, ਬਾਰ-ਬਾਰ ਕੈਂਸਲ ਹੁੰਦੇ ਆ, ਕਿਉਂਕਿ ਉਹਦੇ ਪਿੱਛੇ ਜੋ ਲੋੜੀਂਦੀ ਸੋਚ ਵਿਚਾਰ ਆ ਉਹ ਪਹਿਲੇ ਨਹੀਂ ਹੋਈ ਹੁੰਦੀ। ਕੀ ਇਹ ਪਹਿਲਾਂ ਪ੍ਰੋਜੈਕਟ ਚੰਡੀਗੜ੍ਹ ਤੋਂ ਚੱਲਦਾ ਸੀ, ਚੰਡੀਗੜ੍ਹ ਦੇ ਵਿੱਚ ਚਰਚਾ ਹੁੰਦੀ ਸੀ, ਹੁਣ ਇਹ ਹਰਿਆਣੇ ਤੋਂ ਇਹ ਚਰਚਾ ਦੁਬਾਰੇ ਛਿੜੀ ਗਈ ਹੈ? ਕੀ ਇਹ ਭਾਜਪਾ ਦਾ ਸਾਈਡ ਨੂੰ ਡੋਰ ਐਂਟਰੀ ਤਾਂ ਨਹੀਂ ਕਿਤੇ? ਨਹੀਂ, ਮੈਂ ਤਾਂ ਨਹੀਂ ਸਮਝਦਾ, ਬਟ ਚਲੋ ਜੇ ਉਹਨਾਂ ਨੇ ਗੁਪਤਾ ਜੀ ਨੇ ਇਸ ਤਰ੍ਹਾਂ ਕਿਹਾ ਹੈਗਾ ਤੇ ਇਹ ਤਾਂ ਤੁਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਹੋ। ਪਰ ਭਾਜਪਾ ਦੇ ਹੀ ਸੀਨੀਅਰ ਆਗੂ ਜਿਹੜੇ ਕਿਰਨ ਖੇਰ ਜੀ ਆ, ਉਹਨਾਂ ਨੇ ਤਾਂ ਇਸ ਦਾ ਵਿਰੋਧ ਕੀਤਾ। ਹਾਂ, ਉਹਨਾਂ ਨੇ ਵੀ ਵਿਰੋਧ ਕੀਤਾ। ਤੇ ਤੁਹਾਡਾ ਜੇ ਕਨਕਲੂਜਨ ਕਰੀਏ, ਸਾਰਾਂਸ਼ ਕਰੀਏ, ਤਾਂ ਇਹ ਮਤਲਬ ਕਿ ਚੰਡੀਗੜ੍ਹ ਵਾਸਤੇ ਮੈਟਰੋ ਇਹਦੀ ਆਵਾਜਾਈ ਦੀ ਸਮੱਸਿਆ ਵਾਸਤੇ ਇੱਕ ਸਹੀ ਜੋ ਹੱਲ ਨਹੀਂ ਹੈ। ਜੋ ਲੇਟੈਸਟ ਬਣਾਏ ਗਏ ਮਾਸਟਰ ਪਲਾਨ 'ਚ ਇਹਦਾ ਕਿਤੇ ਜ਼ਿਕਰ ਹੀ ਨਹੀਂ ਹੈ। ਬਿਲਕੁਲ। ਇਹਦਾ ਮਤਲਬ ਇਹ ਕਿਤੇ ਨਾ ਕਿਤੇ ਸਿਆਸੀ ਜਾਂ ਸਿਆਸਤ ਦੇ ਮਫਾਜ਼ਾਂ ਨੂੰ ਲੈ ਕੇ ਪ੍ਰਭਾਵਿਤ ਇੱਕ ਏਜੰਡਾ ਵੀ ਕਿਹਾ ਜਾ ਸਕਦਾ। ਹੋ ਸਕਦਾ ਨਹੀਂ, ਤੁਸੀਂ ਸਿਆਸਤ ਨਾਲ ਥੋੜ੍ਹੇ ਕਿਤੇ ਨਾ ਕਿਤੇ ਜੁੜੇ ਰਹੇ ਹੋ, ਤੁਸੀਂ ਕੁਛ ਨਾ ਕੁਛ ਤਾਂ ਇਹ 'ਤੇ ਕਹੋ। ਦੇਖੋ, ਹਰ ਬੰਦੇ ਦੀ ਆਪਣੀ ਇੱਕ ਸੋਚ ਹੁੰਦੀ ਆ। ਉਹਨੇ ਕਿਸੇ ਬੰਦੇ ਨੇ ਕੁਛ ਵੀ ਕਿਹਾ ਹੋ ਸਕਦਾ, ਉਹ ਸੀਨੀਅਰ ਬੰਦੇ ਵੀ ਹੋ ਸਕਦੇ ਆ, ਜੂਨੀਅਰ ਵੀ ਹੋ ਸਕਦੇ ਆ, ਲੇਕਿਨ ਮਤਲਬ ਐਜ਼ ਏ ਐਕਸਪਰਟ ਜੇ ਤੁਸੀਂ, ਮੈਂ ਆਰਕੀਟੈਕਟ ਹਾਂ, ਸ਼ਹਿਰ ਦੇ ਉੱਤੇ ਮੈਂ ਬਹੁਤ ਵੱਡਾ ਰਿਸਰਚ ਕੀਤੀ ਆ, ਮੈਂ ਐਜ਼ ਏ ਆਰਕੀਟੈਕਟ ਬੋਲ ਰਿਹਾ, ਨਾ ਕਿ ਕਿਸੇ ਸਿਆਸੀ ਪਾਰਟੀ ਵੱਲੋਂ, ਨਾ ਕਿਸੇ ਸਿਆਸੀ ਸੰਸਥਾ ਵੱਲੋਂ। ਮਤਲਬ ਸਾਡੀ ਸਟੱਡੀ ਇਹ ਕਹਿੰਦੀ ਆ ਕਿ ਇਹ ਨਹੀਂ ਹੋਣੀ ਚਾਹੀਦੀ। ਚਲੋ ਮੰਨ ਲਿਆ ਜਾਵੇ, ਤੁਹਾਡੀ ਸਟੱਡੀ ਵੀ ਕਹਿੰਦੀ ਹੈ, ਤੇ ਜਿਹੜੇ ਮਾਸਟਰ ਪਲਾਨ ਬਣਾਉਣ ਵਾਲੇ ਮਾਹਿਰ ਨੇ ਚੰਡੀਗੜ੍ਹ ਦੇ ਵਿੱਚ ਵੀ ਅੱਗੇ ਆਉਂਦੇ, ਕਿੰਨੇ ਸਾਲਾਂ ਦਾ ਮਾਸਟਰ ਪਲਾਨ ਹੈ ਸਰ? 2031 ਤੱਕ ਦਾ। 2031 ਤੱਕ, ਯਾਨੀ ਕਿ 10 ਸਾਲ ਐਡਵਾਂਸ ਬਣਾਇਆ ਹੋਇਆ ਇੱਕ ਮਾਸਟਰ ਪਲਾਨ ਹੈ, ਜਿਹਦੇ ਵਿੱਚ ਮੈਟਰੋ ਰੇਲ ਦਾ ਕੋਈ ਜ਼ਿਕਰ ਨਹੀਂ। ਮੈਟਰੋ ਰੇਲ ਪਹਿਲਾਂ ਚੰਡੀਗੜ੍ਹ ਵਾਸਤੇ ਬਣਾਈ ਗਈ, ਚੰਡੀਗੜ੍ਹ ਵਾਸਤੇ ਸਿਆਸੀ ਸਿਸਟਮ ਬਣਾਇਆ ਗਿਆ, ਹੁਣ ਇਹ ਟਰਾਈ ਸਿਟੀ ਵਾਸਤੇ ਗਿਆਨ ਚੰਦ ਗੁਪਤਾ ਜੀ ਨੇ ਸਿਆਸੀ ਤੌਰ 'ਤੇ ਮੇਰੇ ਹਿਸਾਬ ਨਾਲ ਭਾਜਪਾ ਪਾਰਟੀ ਨੂੰ ਪ੍ਰਤੀਨਿਧਤਾ ਕਰਦੇ ਨੇ, ਉਹਨੇ ਨਵੀਂ ਗੱਲ ਛੇੜੀ ਹੈਗੀ। ਤੇ ਇਸ ਕਰਕੇ ਮੈਂ ਤੁਹਾਡੀਆਂ ਗੱਲਾਂ ਤੇ ਮੌਜੂਦਾ ਮਾਹੌਲ ਨੂੰ ਦੇਖ ਕੇ ਲੱਗਦਾ ਹੈ ਕਿ ਵਿਧਾਨ ਸਭਾ ਚੋਣਾਂ ਨੇੜੇ ਹੈ, ਕਾਰਪੋਰੇਸ਼ਨ ਦੇ ਇਲੈਕਸ਼ਨ ਨੇੜੇ ਨੇ, ਇੱਕ ਫੇਰ ਕੋਈ ਚਰਚਾ ਦਾ ਵਿਸ਼ਾ
ਜਾਂ ਇੱਕ ਲੋਕਾਂ ਨੂੰ ਲੁਭਾਉਣ ਦਾ ਵਿਸ਼ਾ ਬਣਾਇਆ ਜਾਏ, ਕਿਉਂਕਿ ਭਾਜਪਾ ਦੀ ਕੌਮੀ ਪੱਧਰ ਤੇ ਵਿਰੋਧ ਹੈ ਇੱਕ ਮੁੱਦੇ ਨੂੰ ਲੈ ਕੇ। ਇਸ ਕਰਕੇ ਜੇ ਮਾਹਿਰ ਹੋ ਤੇ ਰਾਜੀ ਨਹੀਂ, ਮਾਸਟਰ ਪਲਾਨ 'ਚ ਮੈਟਰੋ ਟ੍ਰੇਨ ਹੈ ਨਹੀਂ ਗੀ, ਹੁਣ ਟਰਾਈ ਸਿਟੀ 'ਚ ਕਮਾਈ ਦੀ। ਪੰਜਾਬ ਜਾਂ ਹਰਿਆਣਾ ਜਦੋਂ ਤੋਂ 2007 ਤੋਂ ਪ੍ਰੋਜੈਕਟ ਚੱਲਿਆ, 2016 ਦੇ ਵਿੱਚ ਆ ਕੇ ਵੀ ਇਹਦਾ ਕੋਈ ਉਹ ਗੱਲ ਨਹੀਂ ਬਣੀ, ਇਤਰਾਜ਼ ਲੱਗਦੇ ਰਹੇ। ਉਹਨਾਂ ਨੇ ਜੋ ਉਹਨਾਂ ਦਾ ਹਿੱਸਾ ਸੀਗਾ ਜੋ ਆਰਥਿਕ ਤੌਰ ਤੇ ਦੇਣਾ ਸੀ ਉਹ ਤੋਂ ਮੁੱਕਰਦੇ ਰਹੇ। ਇਸ ਕਰਕੇ ਕਿਤੇ ਨਾ ਕਿਤੇ ਇਹ ਗੱਲ ਨਾ ਤਾਂ ਮਾਹਿਰਾਂ ਦੇ ਗਲੇ ਉਤਰ ਰਹੀ ਹੈ ਤੇ ਨਾ ਸਿਆਸੀ ਧਿਰਾਂ ਦੇ ਗਲੇ ਉਤਰ ਰਹੀ ਹੈ। ਤੇ ਫਿਰ ਲੋਕਾਂ ਦੇ ਤਾਂ ਕਿਵੇਂ ਉਤਰਨੀ, ਉਹ ਤਾਂ ਵਿਚਾਰੇ ਇੰਤਜ਼ਾਰ ਹੀ ਕਰਦੇ ਆ, ਗੱਲਾਂ ਸੁਣਦੇ ਨੇ। ਠੀਕ ਹੈ ਜੀ। ਤੇ ਇਹ ਸਨ ਸ਼੍ਰੀ ਸੁਰਿੰਦਰ ਬਾਘਾ ਜੀ, ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਦੇ ਮੋਹਰੀ ਆਗੂ, ਜੋ ਇੰਡੀਆ ਪੂਰੇ ਦੇਸ਼ ਦੇ ਵਿੱਚ ਵਾਸਤੂ ਕਲਾ ਦੇ ਉੱਪਰ ਬਹੁਤ ਵੱਡਾ ਕੰਮ ਕਰਦੀ ਹੈ। ਇਹਨਾਂ ਚੰਡੀਗੜ੍ਹ ਦੇ ਵਿੱਚ ਵੀ ਵਾਸਤੂ ਕਲਾ ਨਾਲ ਜੁੜੀਆਂ ਹੋਈਆਂ ਚੀਜ਼ਾਂ 'ਤੇ ਬਹੁਤ ਅੱਛੀ ਖੋਜਾਂ ਕੀਤੀਆਂ ਨੇ। ਤੇ ਹੁਣ ਗੱਲ ਇਹ ਨਿਬੜਦੀ ਹੈ ਕਿ ਚੰਡੀਗੜ੍ਹ ਲਈ ਮੈਟਰੋ ਟ੍ਰੇਨ ਤੋਂ ਲੈ ਕੇ ਹੁਣ ਟਰਾਈ ਸਿਟੀ ਲਈ ਮੈਟਰੋ ਟ੍ਰੇਨ ਦਾ ਇੱਕ ਜੁਮਲਾ ਮੇ ਵੀ ਭਾਜਪਾ ਦੇ ਪ੍ਰਤੀਨਿਧਤਾ ਕਰਦੇ ਗਿਆਨ ਚੰਦ ਗੁਪਤਾ ਜੀ ਨੇ ਫਿਰ ਇੱਕ ਸਿੱਟਿਆ। ਉਹ ਹੁਣ ਚੰਡੀਗੜ੍ਹ ਤੋਂ ਲਾਗਲੇ ਸੂਬਿਆਂ 'ਚ ਆ ਗਿਆ ਹੈ। ਚੰਡੀਗੜ੍ਹ ਲਈ ਉਹ ਮਾਹਿਰਾਂ ਦੀ ਗੱਲ ਸੁਣਨ ਤੋਂ ਬਾਅਦ ਸਾਨੂੰ ਇਹ ਲੱਗਦਾ ਕਿ ਚੰਡੀਗੜ੍ਹ ਲਈ ਮੈਟਰੋ ਟ੍ਰੇਨ ਵਾਜਿਬ ਨਹੀਂ ਹੈ, ਲੋੜੀ ਦੀ ਨਹੀਂ ਹੈ। ਹੁਣ ਟਰਾਈ ਸਿਟੀ 'ਚ ਕਿਤੇ ਸੈੱਟ ਬੈਠਦੀ ਹੈ ਤਾਂ ਉਹ ਮੇਰੇ ਹਿਸਾਬ ਨਾਲ ਆਉਣ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਾਂ ਚੰਡੀਗੜ੍ਹ ਦੀ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਇੱਕ ਨਵੀਂ ਗੱਲ ਲੈ ਕੇ ਇਹ ਕਿਤੇ ਨਾ ਕਿਤੇ ਉਹਦੀ ਉਹ ਸਥਾਪਤੀ ਬਾਰੇ ਗੱਲ ਚੱਲੂਗੀ। ਇੱਕ ਗੱਲ ਹੋਰ ਵੀ ਹੈ, ਚੰਡੀਗੜ੍ਹ ਨੂੰ ਰੀਪ੍ਰਜੈਂਟ ਕਰਨ ਵਾਲੇ ਲੋਕ ਸਭਾ ਮੈਂਬਰ ਕਾਂਗਰਸ ਦੇ ਰਹੇ ਪਵਨ ਬਾਂਸਲ, ਭਾਜਪਾ ਦੇ ਰਹੇ ਆਪਣੇ ਸਤਪਾਲ ਜੈਨ ਜੀ, ਇਹ ਦੋਨੋਂ ਮੈਟਰੋ ਰੇਲ ਦੇ ਹੱਕ 'ਚ ਨੇ। ਮੌਜੂਦਾ ਐਮਪੀ ਜਿਹੜੇ ਕਿ ਕਿਰਨ ਖੇਰ ਨੇ, ਜਿਹੜੇ ਕਲਾ ਦੇ ਖੇਤਰ 'ਚੋਂ ਆ ਕੇ ਸਿਆਸਤ ਦੇ ਵਿੱਚ ਆਏ, ਉਹਨਾਂ ਦਾ ਮੰਨਣਾ ਨਹੀਂ ਹੈ। ਅਤੇ ਕਿਤੇ ਨਾ ਕਿਤੇ ਮਾਹਰਾਂ ਦਾ ਮੰਨਣਾ ਵੀ ਇਹ ਹੈ ਕਿ ਚੰਡੀਗੜ੍ਹ ਦੀ ਆਵਾਜਾਈ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਲਈ ਇਹ ਗੱਲ ਜਾਇਜ਼ ਹੈ। ਹੁਣ ਦੇਖਣਾ ਇਹ ਹੈ ਕਿ ਸਿਆਸੀ ਧਿਰਾਂ ਇਸ ਨੂੰ ਲੈ ਕੇ ਆਉਣ ਵਾਲੀ ਚੋਣਾਂ ਦੇ ਵਿੱਚ ਕਿੰਨਾ ਕੁ ਫਾਇਦਾ ਲੈਂਦੀਆਂ, ਲੋਕਾਂ ਨੂੰ ਭਰਮਾਉਂਦੀਆਂ ਨੇ, ਜਾਂ ਮਾਹਿਰਾਂ ਵੱਲੋਂ ਬਣਾਏ ਮਾਸਟਰ ਪਲਾਨ ਜਾਂ ਮਾਹਿਰਾਂ ਦੀ ਰਾਏ ਨੂੰ ਲੈ ਕੇ ਇਹ ਗੱਲ ਕਿੰਨੀ ਕੁ ਲੋਕਾਂ ਦੇ ਵਿੱਚ ਪ੍ਰਚਾਰੀ ਜਾਂਦੀ ਹੈ, ਇਹ ਤਾਂ ਆਉਣ ਵਾਲੇ ਦਿਨਾਂ 'ਚ ਦੇਖਿਆ ਜਾਏਗਾ। ਲਗਾਤਾਰ ਦੇਖਦੇ ਰਹੋ ਅਜਿਹੇ ਜਿਹੇ ਵਿਸ਼ਿਆਂ ਨੂੰ ਲੈ ਕੇ, ਵੱਡੇ ਸ਼ਹਿਰ ਦੀਆਂ ਵੱਡੀਆਂ ਬਾਤਾਂ ਜੋ ਚੰਡੀਗੜ੍ਹ ਨਾਲ ਤੇ ਚੰਡੀਗੜ੍ਹ ਦੇ ਲਾਗਲੇ ਸੂਬੇ ਨਾਲ ਜੁੜੀਆਂ ਹੋਣਗੀਆਂ, ਉਹਨਾਂ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲਗਾਤਾਰ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ।